ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਵਿਚਾਰ ਦਾ ਤੁਸੀਂ ਲਾਹਾ ਪ੍ਰਾਪਤ ਕਰ ਰਹੇ ਹੋ। ਗੁਰੂ ਕੀ ਵਿਚਾਰ ਘਰ ਘਰ ਤੱਕ ਪਹੁੰਚਾਉਣ ਵਾਸਤੇ ਇਹ ਭਾਵਨਾ ਲੈ ਕੇ ਰੋਜ਼ਾਨਾ ਤੁਹਾਡੇ ਘਰ ਵਿੱਚ ਤੁਹਾਡੇ ਸਨਮੁਖ ਹਾਜ਼ਰ ਹੁੰਦਾ ਹਾਂ। ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 338 ਦੇ ਉੱਪਰ ਅੰਕਿਤ ਭਗਤ ਕਬੀਰ ਜੀ ਦੇ ਗੌੜੀ ਰਾਗ ਦੇ ਸ਼ਬਦ ਚੱਲ ਰਹੇ ਨੇ। ਅੱਜ 66ਵਾਂ ਸ਼ਬਦ ਹੈ। ਰਾਗ ਗੌੜੀ, ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਇਹ ਸ਼ਬਦ ਹੈ। ਆਸ ਪਾਸ ਘਨ ਤੁਰਸੀ ਕਾ ਬਿਰਵਾ, ਮਾਜ ਬਨਾ ਰਸ ਗਾਉਂ ਰੇ। ਇੱਥੇ ਇੱਕ ਪਹਿਲਾਂ ਤਾਂ ਸੀਨ ਪੇਸ਼ ਕੀਤਾ ਹੈ ਕਿ ਜੋ ਕ੍ਰਿਸ਼ਨ ਜੀ ਬਾਰੇ ਹਿੰਦੂ ਵੀਰ ਉਹਨਾਂ ਨੂੰ ਭਗਵਾਨ ਮੰਨ ਕੇ ਪੂਜਦੇ, ਤੇ ਉਹਨਾਂ ਬਾਰੇ ਜੋ ਸਾਖੀਆਂ ਉਹਨਾਂ ਦੇ ਗ੍ਰੰਥਾਂ ਵਿੱਚ ਪ੍ਰਚਲਿਤ ਹੈ, ਉਸ ਨੂੰ ਭਗਤ ਕਬੀਰ ਜੀ ਕਹਿੰਦੇ ਨੇ ਕਿ ਜਿੱਥੇ ਆਸ-ਪਾਸ ਚਾਰ ਚੁਫੇਰੇ, ਕਣ ਕਣ ਹੁੰਦਾ ਸੰਗਲਾ ਸੰਗਣਾ, ਤੁਲਸੀ ਕਾ ਵਿਰਵਾ, ਤੁਲਸੀ ਦੇ ਬੂਟੇ ਸਨ। ਮਾਜ ਬਨਾ ਰਸ ਗਾਉਂ ਰੇ, ਉਹਨੂੰ ਤੁਲਸੀ ਦਾ ਜੰਗਲ ਵੀ ਕਹਿੰਦੇ ਸੀ। ਤੁਸੀਂ ਸ਼ਬਦ ਸੁਣਿਆ ਹੋਵੇਗਾ ਬ੍ਰਿੰਦਾਵਨ। ਬ੍ਰਿੰਦ ਹੁੰਦਾ ਹੈ ਤੁਲਸੀ, ਬ੍ਰਿੰਦਾਵਨ ਤੁਲਸੀ ਦਾ ਜੰਗਲ। ਉੱਥੇ ਬਹੁਤ ਸਾਰੇ ਘਣੇ ਤੁਲਸੀ ਦੇ ਬੂਟੇ ਹੁੰਦੇ ਸੀ, ਤੇ ਉਹਦੇ ਵਿੱਚ ਕ੍ਰਿਸ਼ਨ ਜੀ ਗਊਆਂ ਚਾਰਦੇ ਹੁੰਦੇ ਸੀ। ਰਸ ਗਾਉਂ ਰੇ, ਬੜੇ ਪਿਆਰ ਦੇ ਨਾਲ ਗਾਉਂਦੇ ਤੇ ਬੰਸਰੀ ਵਜਾਉਂਦੇ ਸਨ। ਆਸ ਪਾਸ ਘਨ ਤੁਲਸੀ ਕਾ ਬਿਰਵਾ, ਮਾਜ ਬਨਾ ਰਸ ਗਾਉਂ ਰੇ। ਉਸ ਤੁਲਸੀ ਦੇ ਜੰਗਲ ਵਿੱਚ ਇਹਨਾਂ ਬੰਸਰੀ ਵਜਾਉਂਦੇ, ਗਾਉਂਦੇ ਬੜੀ ਸੁਰੀਲੀ ਆਵਾਜ਼ ਵਿੱਚ ਗਊਆਂ ਚਾਰਦੇ ਹੁੰਦੇ ਉੱਥੇ। ਉਹਾਂ ਕਾ ਸਰੂਪ ਦੇਖ ਮੋਹੀ ਗਵਾਰਨ, ਮੋਹ ਕੋ ਛੋੜ ਨਾ ਆਓ ਨਾ ਜਾਹੂ ਰੇ। ਤੇ ਉੱਥੇ ਉਹ ਗੋਪੀ ਜਿਹਨੂੰ ਚੰਦਰਾਵਲ ਕਿਹਾ ਹੈ, ਉਹ ਮੋਹਿਤ ਹੋ ਗਈ ਇਹਨਾਂ ਦਾ ਸਰੂਪ ਦੇਖ ਕੇ, ਤੇ ਕ੍ਰਿਸ਼ਨ ਜੀ ਨੂੰ ਕਹਿਣ ਲੱਗੀ ਮੈਨੂੰ ਛੱਡੀ ਨਾ, ਨਾ ਕਿਤੇ ਜਾਈ ਨਾ ਆਈ। ਤੇ ਇਹ ਉੱਥੇ ਇੱਕ ਸੀਨ ਪੇਸ਼ ਕਰਕੇ ਭਗਤ ਕਬੀਰ ਜੀ ਕਹਿੰਦੇ ਜਿਵੇਂ ਉਸ ਗੋਪੀ ਦੇ ਮਨ ਵਿੱਚ ਕ੍ਰਿਸ਼ਨ ਜੀ ਪ੍ਰਤੀ ਖਿੱਚ ਹੈ, ਇਸੇ ਤਰ੍ਹਾਂ ਤੋਹੇ ਚਰਨ ਮਨ ਲਾਗੋ ਸਾਰੰਗ ਧਰ। ਕਹਿੰਦੇ ਇਸੇ ਤਰ੍ਹਾਂ ਮੇਰਾ ਰੱਬ ਦੇ ਚਰਨਾਂ ਦੇ ਨਾਲ ਮੇਰੀ ਖਿੱਚ ਪੈਦਾ ਹੋ ਗਈ, ਰੱਬ ਦੇ ਦਰਸ਼ਨਾਂ ਵੱਲ। ਰੱਬ ਦੇ ਦਰਸ਼ਨ ਸੱਚਾ ਗਿਆਨ ਹੈ, ਤੇ ਉਸ ਸੱਚੇ ਗਿਆਨ ਨੂੰ ਭਗਤ ਕਬੀਰ ਜੀ ਕਹਿੰਦੇ ਮੈਂ ਗੁਰੂ ਮੰਨਦਾ। ਤੇ ਰੱਬ ਦੇ ਚਰਨ ਗੁਣ ਨੇ, ਉਹਨਾਂ ਗੁਣਾਂ ਵਾਲਾ ਮੈਂ ਜੀਵਨ ਜਿਉਣਾ, ਤੇ ਮੇਰੇ ਅੰਦਰ ਤਾਂਘ ਜਿਹੜੀ ਹੈ ਉਹ ਰੱਬ ਪ੍ਰਤੀ ਹੈ। ਸੋ ਮਿਲੈ ਜੋ ਵੱਡ ਭਾਗੋ, ਕਹਿੰਦੇ ਮਿਲਦਾ ਉਹ ਹੈ ਜੋ ਅੰਦਰ ਸਾਡੇ ਭਾਗ ਹੁੰਦੇ ਨੇ। ਭਾਗ ਤੋਂ ਭਾਵ ਕਿਸ ਤਰ੍ਹਾਂ ਦਾ ਜਜ਼ਬਾ ਹੈ, ਕਿਸ ਤਰ੍ਹਾਂ ਦੀ ਪ੍ਰੀਤ ਹੈ, ਕਿਸ ਪਾਸੇ ਦੀ ਖਿੱਚ ਹੈ, ਕਿਸ ਪਾਸੇ ਦੇ ਵਿਚਾਰ ਨੇ, ਕਿਸ ਪਾਸੇ ਦੀ ਸੋਚ ਹੈ। ਅੰਦਰ ਗੁਣ ਨੇ ਕਿ ਔਗਣ ਨੇ, ਇਹ ਅੰਦਰਲਾ ਭਾਗ ਹੈ। ਜਿਹਦੇ ਅੰਦਰ ਗੁਣ ਹੁੰਦੇ ਨੇ, ਜਜ਼ਬਾ ਚੰਗੇ ਪਾਸੇ ਹੁੰਦਾ ਹੈ, ਗੁਰੂ ਵਾਲੇ ਪਾਸੇ, ਰੱਬ ਵਾਲੇ ਪਾਸੇ ਖਿੱਚ ਹੁੰਦੀ ਹੈ, ਵੱਡੇ ਭਾਗ ਹੁੰਦੇ ਨੇ, ਤੇ ਪ੍ਰਾਪਤੀ ਹੋ ਜਾਂਦੀ ਹੈ। ਜਿਹਦੀ ਖਿੱਚ ਕੁਸੰਗ ਵੱਲ ਹੈ, ਕੁਸੰਗੀ ਰਸਾਂ ਵੱਲ ਹੈ, ਉਹਦਾ ਜਜ਼ਬਾ ਵੀ ਉੱਧਰ ਹੈ, ਉਹਦੀ ਦਿਸ਼ਾ ਵੀ ਉੱਧਰ ਹੈ, ਉਹਦੇ ਮਾੜੇ ਭਾਗ ਨੇ, ਉਹਨੂੰ ਪ੍ਰਾਪਤੀ ਨਹੀਂ ਹੁੰਦੀ, ਵਿਛੋੜਾ ਹੁੰਦਾ ਹੈ। ਰਹਾਓ ਇਹ ਸੈਂਟਰਲ ਆਈਡੀਆ ਹੈ ਸ਼ਬਦ ਦਾ। ਬ੍ਰਿੰਦਾਬਨ ਮਨ ਹਰਨ ਮਨੋਹਰ, ਕ੍ਰਿਸ਼ਨ ਚਰਾਵਤ ਗਾਉਂ ਰੇ। ਕਹਿੰਦੇ ਬ੍ਰਿੰਦਾਬਨ ਦੇ ਵਿੱਚ ਮਨ ਨੂੰ ਮੋਹਣ ਵਾਲੇ, ਕਹਿੰਦੇ ਨੇ ਉਹਨਾਂ ਦਾ ਰੰਗ ਭਾਵੇਂ ਕਾਲਾ ਸੀ, ਪਰ ਨੈਣ ਨਕਸ਼ ਉਹਨਾਂ ਦੀ ਦੇਖਣੀ, ਉਹਨਾਂ ਦੀ ਹੱਸਣੀ, ਉਹਨਾਂ ਦਾ ਮੂੰਹ ਮਹਾਂਦਰਾ ਮਨ ਨੂੰ ਖਿੱਚਦਾ ਸੀ, ਖਿੱਚ ਪਾਉਂਦਾ ਸੀ। ਉੱਥੇ ਉਹ ਗਊਆਂ ਚਾਰਦੇ ਸੀ। ਜਾਂ ਕਾ ਠਾਕੁਰ ਤੋਹੀ ਸਰੰਗ ਸਾਰੰਗ ਧਰ, ਮੋਹ ਕਬੀਰਾ ਨਾਉ ਰੇ।
ਕਹਿੰਦੇ ਤੁਸੀਂ ਉਹਨਾਂ ਨੂੰ ਰੱਬ ਮੰਨਦੇ ਹੋ ਤੇ ਮੈਂ ਜਿਸ ਰੱਬ ਨੇ ਇਹ ਸਾਰੀ ਦੁਨੀਆ ਸਾਜੀ ਹੈ ਤੇ ਦੁਨੀਆ ਨੂੰ ਆਪਣੇ ਨਿਜ਼ਮ ਵਿੱਚ ਚਲਾ ਰਹੇ ਨੇ, ਮੈਂ ਤੇ ਉਸ ਨੂੰ ਧਨਖਧਾਰੀ ਰੱਬ ਮੰਨ ਕੇ ਮੈਂ ਤੇ ਉਹਦਾ ਨਾਮ ਜਪਦਾ। ਤੇ ਭਗਤ ਕਬੀਰ ਜੀ ਕਹਿਣ ਲੱਗੇ ਮੈਂ ਤੇ ਰੱਬ ਦਾ ਹੋ ਗਿਆ। ਹੁਣ ਇੱਥੇ ਜਿਹੜੇ ਲੋਕ ਕਿਸੇ ਦੇਵੀ ਦੇਵਤੇ ਨੂੰ ਪੂਜਦੇ ਨੇ, ਕਿਸੇ ਬੰਦੇ ਨੂੰ ਪੂਜਦੇ ਨੇ, ਕਿਸੇ ਬੰਦੇ ਨੂੰ ਰੱਬ ਸਮਝਦੇ ਨੇ, ਕੋਈ ਦੇਵੀ ਦੇਵਤੇ ਨੂੰ ਰੱਬ ਸਮਝਦਾ ਹੈ, ਉਹ ਸੰਸਾਰ ਵਿੱਚ ਪੈਦਾ ਕੀਤੀ ਹੋਈ ਰਚਨਾ ਨੂੰ ਰੱਬ ਸਮਝ ਰਿਹਾ। ਭਗਤ ਕਬੀਰ ਜੀ ਕਹਿੰਦੇ ਅਸੀਂ ਰਚਨਾ ਰਚਨਹਾਰੇ ਨੂੰ ਰੱਬ ਸਮਝ ਰਹੇ ਹਾਂ, ਅਸੀਂ ਉਹਦੇ ਨਾਲ ਜੁੜਦੇ ਹਾਂ। ਗੌੜੀ ਪੂਰਬੀ, ਹੁਣ ਅਗਲਾ ਸ਼ਬਦ ਗੌੜੀ ਰਾਗ ਦਾ ਹੈ, ਪੂਰਬੀ ਇਹਦੀ ਕਿਸਮ ਹੈ। ਵਿਪਲ ਬਸਤਰ ਕੇਤੇ ਹੈ ਪਹਿਰੇ, ਕਿਆ ਬਨ ਮਧੇ ਬਾਸਾ। ਹੁਣ ਇੱਥੇ ਕੁਝ ਧਾਰਮਿਕ ਰਸਮਾਂ ਨੇ, ਧਾਰਮਿਕ ਕਰਮ ਨੇ। ਜਦੋਂ ਕੋਈ ਧਾਰਮਿਕ ਰਸਮਾਂ ਨਿਭਾਉਂਦਾ ਹੈ, ਧਾਰਮਿਕ ਕਰਮ ਕਰਦਾ ਹੈ ਜਾਂ ਧਾਰਮਿਕ ਪਹਿਰਾਵਾ ਪਹਿਨਦਾ ਹੈ, ਲੋਕ ਉਸ ਨੂੰ ਧਰਮੀ ਮੰਨਦੇ ਨੇ। ਪਰ ਗੁਰਮਤਿ ਇਹ ਕਹਿੰਦੀ ਹੈ ਵੀ ਜਿਹਨੇ ਅੰਦਰੋਂ ਧਰਮ ਨੂੰ ਜਿਉਂ ਲਿਆ, ਜਿਹਦੇ ਵਿਚਾਰਾਂ ਵਿੱਚ ਸੋਚਾਂ ਵਿੱਚ ਧਰਮ ਹੈ, ਜਿਸ ਨੇ ਆਪਣੇ ਜੀਵਨ ਵਿੱਚ ਰੱਬ ਦੇ ਨਿਯਮ ਅਨੁਸਾਰ ਜੀਵਨ ਨੂੰ ਢਾਲ ਲਿਆ, ਉਹ ਅਸਲੀ ਧਰਮੀ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਧਰਮ ਦੇ ਕਰਮ ਤਾਂ ਕਰ ਰਿਹਾ, ਪਰ ਕੀ ਉਹਨੇ ਆਪਣੇ ਮਨ ਨੂੰ ਨਿੰਦਾ ਚੁਗਲੀ ਦੇ ਰਸਾਂ ਤੋਂ ਬਚਾ ਲਿਆ। ਧਾਰਮਿਕ ਰਸਮਾਂ ਤਾਂ ਨਿਭਾ ਰਿਹਾ, ਧਾਰਮਿਕ ਕਰਮ ਤਾਂ ਕਰ ਰਿਹਾ, ਧਾਰਮਿਕ ਪਹਿਰਾਵਾ ਵੀ ਹੈ, ਪਰ ਕੀ ਉਹਨੇ ਆਪਣੇ ਮਨ ਨੂੰ ਧੜੇਬੰਦੀਆਂ ਤੋਂ, ਨਫ਼ਰਤ ਤੋਂ, ਹੰਕਾਰ ਗੁਮਾਨ ਤੋਂ ਬਚਾ ਲਿਆ, ਕ੍ਰੋਧ ਤੋਂ, ਲੋਭ ਲਾਲਚ ਤੋਂ, ਸਵਾਰਥ ਤੋਂ ਬਚਾ ਲਿਆ। ਜੇ ਨਹੀਂ ਬਚਾਇਆ ਤਾਂ ਅੰਦਰੋਂ ਧਰਮੀ ਨਹੀਂ ਹੈ, ਅਗਰ ਬਚਾ ਲਿਆ ਤਾਂ ਅੰਦਰੋਂ ਧਰਮੀ ਹੈ। ਇਸ ਲਈ ਧਾਰਮਿਕ ਕਰਮ ਕਰਨੇ ਉਹ ਸਿੱਖਣ ਵਾਸਤੇ ਹੁੰਦੇ ਨੇ। ਧਾਰਮਿਕ ਪਹਿਰਾਵਾ ਇੱਕ ਯੂਨੀਫਾਰਮ ਹੁੰਦੀ ਹੈ। ਧਰਮ ਮਨੁੱਖ ਦੇ ਅੰਦਰ ਹੁੰਦਾ ਹੈ। ਜੇ ਅੰਦਰ ਧਰਮ ਨਹੀਂ ਤਾਂ ਕਹਿ ਲਗੇ ਵਿਪਲ ਵਸਤਰ ਕੇਤੇ ਹੈ ਪਹਿਰੇ। ਕੁਛ ਐਸੇ ਨੇ, ਵਿਪਲ ਹੁੰਦਾ ਲੰਬੇ ਚੌੜੇ ਵਸਤਰ, ਚੋਲੇ ਪਹਿਨਦੇ ਨੇ, ਲੰਬੇ ਚੌੜੇ ਚੋਲੇ ਪਹਿਨ ਲਏ। ਕਿਆ ਬਨ ਮਧੇ ਬਾਸਾ, ਕੋਈ ਜੰਗਲ ਵਿੱਚ ਜਾ ਕੇ ਤਪੱਸਿਆ ਕਰ ਰਿਹਾ। ਕਹਾਂ ਭਇਆ ਨਰ ਦੇਵਾ ਧੋਖੇ, ਤੇ ਕੁਛ ਦੇਵੀ ਦੇਵਤਿਆਂ ਦੇ ਅੱਗੇ ਧੂਫ ਦਿਖਾਉਂਦੇ ਨੇ। ਕਿਆ ਜਲ ਬੋਰਿਓ ਗਿਆਤਾ, ਬੋਰਿਓ ਡੋਬਿਆ, ਤੀਰਥ ਇਸ਼ਨਾਨਾਂ ਤੇ ਜਾ ਕੇ, ਸਥਾਨਾਂ ਤੇ ਜਾ ਕੇ ਡੁਬਕੀਆਂ ਲਾਈਆਂ। ਕਹਿੰਦੇ ਫਿਰ ਕੀ ਹੋ ਗਿਆ? ਜੇ ਕਿਸੇ ਨੇ ਲੰਬੇ ਚੌੜੇ ਚੋਲੇ ਪਹਿਨ ਲਏ ਨੇ ਫਿਰ ਕੀ ਹੋ ਗਿਆ? ਜੇ ਕੋਈ ਜੰਗਲ ਵਿੱਚ ਤਪੱਸਿਆ ਕਰ ਰਿਹਾ ਤਾਂ ਕੀ ਹੋ ਗਿਆ? ਜੇ ਕੋਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ, ਡੁਬਕੀਆਂ ਲਾਉਂਦਾ ਹੈ ਜਾਂ ਦੇਵੀ ਦੇਵਤੇ ਕਿਸੇ ਦੇ ਅੱਗੇ ਧੂਫਾਂ ਦਿਖਾਉਂਦਾ ਹੈ ਤਾਂ ਕੀ ਇਹਦੇ ਨਾਲ ਧਰਮੀ ਹੋ ਗਿਆ? ਕਹਿੰਦੇ ਨਹੀਂ। ਜੀ ਅਰੇ ਜਾਹੇਗਾ ਮੈਂ ਜਾਨਾ, ਐ ਮਨਾ, ਜੇ ਤੂੰ ਆਪਣੇ ਜੀਵਨ ਦੀ ਪੜਚੋਲ ਕਰਕੇ ਅਵਗਤ ਸਮਝ ਇਆ ਨਾ, ਉਹ ਜੋ ਸਦੀਵੀ ਅਮਰ ਅਵਿਗਤ ਨਾ ਨਾਸ਼ ਹੋਣ ਵਾਲੇ ਪ੍ਰਭੂ ਦੇ ਨਾਲ ਉਸ ਨੂੰ ਤੂੰ ਸਮਝ ਲਿਆ, ਉਹਦੇ ਨਾਲ ਸਾਂਝ ਪਾ ਲਈ, ਤਾਂ ਤੂੰ ਧਰਮੀ ਹੈ। ਜੇ ਜ਼ਿੰਦਗੀ ਦਾ ਹਰ ਫੈਸਲਾ ਰੱਬ ਦੀ ਭੈ ਵਿੱਚ ਲੈ ਰਹੇ ਆ, ਅੰਦਰ ਹਰ ਵੇਲੇ ਉਸ ਪਿਆਰੇ ਪ੍ਰਭੂ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਹੈ, ਜੇ ਉਸ ਪਿਆਰੇ ਪ੍ਰਭੂ ਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਪ੍ਰੈਕਟੀਕਲ ਜਿਉਣਾ ਹੈ, ਰੱਬ ਦੇ ਨਿਯਮ ਨੂੰ ਫੋਲੋ ਕਰਦਾ ਤਦ ਤਾਂ ਧਰਮੀ ਹੈ। ਜੇ ਰੱਬ ਦੇ ਨਿਯਮਾਂ ਦੇ ਉਲਟ ਜਿਉ ਰਹੇ ਹੈ, ਗੁਮਾਨ, ਵਿਖਾਵਾ, ਨਿੰਦਾ ਚੁਗਲੀ, ਲੋਭ ਲਾਲਚ, ਸਵਾਰਥ, ਤਾਂ ਫਿਰ ਕੀ ਹੋ ਗਿਆ? ਜੇ ਚੋਲੇ ਪਹਿਨ ਲਏ ਫਿਰ ਕੀ ਹੋ ਗਿਆ? ਜੇ ਜੰਗਲ 'ਚ ਤਪੱਸਿਆ ਕਰ ਲਈ, ਫਿਰ ਅੰਦਰੋਂ ਤਾਂ ਧਰਮੀ ਨਾ ਬਣ ਸਕਿਆ। ਜਾਤ ਜਾਤ ਦੇਖੋ ਬਹੁਰ ਨਾ ਪੇਖੋ, ਸੰਗ ਮਾਇਆ ਲਪਟਾਨਾ ਰਹਾਓ। ਕਹਿੰਦੇ ਜਿੱਥੇ ਜਿੱਥੇ ਵੀ ਇਹ ਜਿਹੜੀ ਮਾਇਆ ਹੈ ਨਾ, ਇਸ ਨੂੰ ਸਮਝਣਾ। ਮਾਇਆ ਇਜ਼ ਨਾਟ ਮਨੀ, ਆਪਾਂ ਪਿੱਛੇ ਵੀ ਬੜੇ ਵਾਰੀ ਜ਼ਿਕਰ ਕੀਤਾ ਹੈ। ਮਾਇਆ ਕੋਈ ਰੁਪਈਆ ਪੈਸਾ ਨਹੀਂ ਹੈ, ਪ੍ਰੋਪਰਟੀ ਮਾਇਆ ਨਹੀਂ ਹੈ, ਪਦਵੀ ਮਾਇਆ ਨਹੀਂ ਹੈ। ਮਾਇਆ ਜ਼ਿੰਦਗੀ ਦੇ ਬਾਹਰ ਨਹੀਂ ਹੈ, ਮਾਇਆ ਸਾਡੇ ਅੰਦਰ ਹੈ। ਮਾਇਆ ਇਜ਼ ਇਨ ਆਵਰ ਐਕਸਟਰਨਲ ਲਾਈਫ। ਵਾਹਿਗੁਰੂ, ਇੰਟਰਨਲ ਲਾਈਫ ਨਾਟ ਐਕਸਟਰਨਲ ਲਾਈਫ, ਅੰਦਰ ਹੈ ਸਾਡੇ। ਉਹ ਕੀ ਹੈ? ਇੱਕ ਖਿੱਚ ਹੈ, ਜਿਹੜੀ ਖਿੱਚ ਸਾਨੂੰ ਅਸਲੀ ਮਕਸਦ ਤੋਂ ਦੂਸਰੇ ਪਾਸੇ ਲੈ ਜਾਂਦੀ ਹੈ। ਜਦੋਂ ਨਿਮਰਤਾ ਵਿੱਚ ਰਹਿਣ ਦੀ ਬਜਾਏ ਲੋਕ ਲਾਜ ਵਿੱਚ ਆ ਕੇ ਦੂਸਰੇ ਤੇ ਪ੍ਰਭਾਵ ਪਾਉਣਾ, ਗੁਮਾਨ, ਹੰਕਾਰ, ਵਿਖਾਵੇ ਦੀ ਖਿੱਚ ਪੈਦਾ ਹੋ ਗਈ, ਉਹ ਖਿੱਚ ਮਾਇਆ ਹੈ।
ਜਦੋਂ ਸੱਚੇ ਪਿਆਰ ਦੀ ਬਜਾਏ ਕਿਸੇ ਨਾਲ ਨਫ਼ਰਤ ਕਰਨੀ, ਉਹਦੇ 'ਚੋਂ ਨੁਕਸ ਲੱਭਣੇ, ਉਹਦੇ ਨੁਕਸ ਨੂੰ ਉਛਾਲਣਾ, ਨਿੰਦਾ ਦਾ ਰਸ ਮਾਨਣਾ, ਇਹ ਜਿਹੜੀ ਖਿੱਚ ਹੈ, ਇਹ ਮਾਇਆ ਹੈ। ਤੇ ਇਸ ਖਿੱਚ ਦੇ ਵਿੱਚ ਮਨੁੱਖ ਜੋ ਵੀ ਕਰਦਾ ਹੁੰਦਾ ਹੈ, ਜੋ ਵੀ ਪ੍ਰਾਪਤੀਆਂ ਲੱਭਦਾ ਹੈ, ਉਹ ਜੋ ਅੱਜ ਹੈ, ਉਹ ਅਸਲ ਵਿੱਚ ਉਹ ਪ੍ਰਾਪਤੀਆਂ ਨਹੀਂ ਹੁੰਦੀਆਂ। ਜਤ ਦੇਖੋ ਬੌਰ ਨਾ ਪੇਖੋ, ਉਦੋਂ ਬਾਅਦ ਉਹ ਚੀਜ਼ ਨਹੀਂ ਨਿਕਲਦੀ। ਬੰਦਾ ਪੈਸੇ ਪ੍ਰਾਪਰਟੀ ਨੂੰ ਸਭ ਕੁਝ ਸਮਝਦਾ, ਉਹਦੇ ਪਿੱਛੇ ਸਾਰੀ ਜ਼ਿੰਦਗੀ ਲਾਉਂਦਾ, ਬਾਅਦ ਚ ਪਤਾ ਲੱਗਦਾ ਹੈ ਉਹ ਚੀਜ਼ ਨਹੀਂ ਸੀ। ਇੱਕ ਗਰੀਬ ਅਮੀਰ ਹੋਣਾ ਚਾਹੁੰਦਾ ਹੈ, ਬੜੀ ਖਿੱਚ ਹੈ। ਉਹ ਅਮੀਰ ਹੋਣ ਵਾਸਤੇ ਆਪਣੇ ਪਰਿਵਾਰ ਨੂੰ ਟਾਈਮ ਨਹੀਂ ਦੇ ਪਾ ਰਿਹਾ, ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾ ਰਿਹਾ, ਘਰ ਵਿੱਚ ਸੰਸਕਾਰ ਨਹੀਂ ਬੀਜ ਰਿਹਾ, ਉਹ ਆਪਣੇ ਘਰ ਨੂੰ ਧਰਮਸ਼ਾਲਾ ਨਹੀਂ ਬਣਾ ਰਿਹਾ, ਜ਼ਿੰਦਗੀ ਦੇ ਅਸਲੀ ਕਾਰਜ ਨਹੀਂ ਕਰ ਰਿਹਾ, ਆਪਣੇ ਲਈ ਟਾਈਮ ਨਹੀਂ ਕੱਢ ਰਿਹਾ, ਆਪਣੀ ਸਰੀਰ ਨੂੰ ਮੇਨਟੇਨ ਨਹੀਂ ਕਰ ਰਿਹਾ। ਤੇ ਉਸ ਖਿੱਚ ਦੇ ਵਿੱਚ ਉਹ ਜਿਹੜੀ ਅਮੀਰੀ ਪ੍ਰਾਪਤ ਕਰਨੀ ਚਾਹੁੰਦਾ, ਜਦੋਂ ਅਮੀਰੀ ਪ੍ਰਾਪਤ ਹੋ ਜਾਂਦੀ ਹੈ, ਫਿਰ ਪਤਾ ਲੱਗਦਾ ਤਾਂ ਚਿੰਤਾ ਦੀ ਪੰਡ ਹੈ ਨਿਰੀ। ਇਹ ਜਿਹੜੀ ਮਾਇਆ ਹੈ ਨਾ, ਜਤ ਜਤ ਦੇਖੋ ਬੌਰ ਨਾ ਪੇਖੋ, ਜਿਹੜੀ ਇਸਨੂੰ ਜਿਵੇਂ ਦੇਖਦੇ ਆ ਨਾ, ਉਵੇਂ ਨਹੀਂ ਹੈ। ਇਹਦੇ ਵਿੱਚ ਮਨੁੱਖ ਦਾ ਮਨ ਲਪਟਿਆ ਹੋਇਆ, ਉਲਝਿਆ ਹੋਇਆ। ਜੇ ਇਹਦੇ 'ਚ ਉਲਝਿਆ ਹੋਇਆ, ਫਿਰ ਧਾਰਮਿਕ ਪਹਿਰਾਵੇ, ਧਾਰਮਿਕ ਰਸਮਾਂ ਰਿਵਾਜ਼, ਇਹਨਾਂ ਨਿਭਾਉਣ ਨਾਲ ਤੂੰ ਧਰਮੀ ਨਹੀਂ ਬਣ ਸਕੇਗਾ। ਰਹਾਉ ਸੈਂਟਰਲ ਆਈਡੀਆ ਹੈ। ਕਹਿਣ ਲੱਗੇ, ਇਸ ਦੁਨੀਆ ਤੇ ਬੜੇ ਦੇਖੇ ਗਿਆਨੀ ਧਿਆਨੀ ਬਹੁ ਉਪਦੇਸੀ, ਇਹ ਜਗ ਸਗਲੋ ਧੰਦਾ। ਕੋਈ ਚਰਚਾ ਕਰਦਾ ਪਿਆ ਹੈ, ਗਿਆਨ ਦੀ, ਆਪਣੇ ਗਿਆਨ ਦਾ ਪ੍ਰਗਟਾਵਾ ਕਰਨ ਵਾਸਤੇ, ਕੋਈ ਸਮਾਧੀ ਲਾਉਂਦਾ ਹੈ, ਕੋਈ ਬਹੁ ਉਪਦੇਸੀ ਦੂਸਰਿਆਂ ਨੂੰ ਉਪਦੇਸ਼ ਕਰਦਾ ਹੈ। ਇਹ ਜੇ ਅੰਦਰ ਸਵਾਰਥ ਬੈਠਾ ਹੈ, ਚਰਚਾ ਕਰ ਰਿਹਾ ਕਿਸੇ ਸਵਾਰਥ ਵਾਸਤੇ ਜਾਂ ਪ੍ਰਭਾਵ ਪਾਉਣ ਵਾਸਤੇ, ਸਮਾਧੀ ਲਾ ਰਿਹਾ ਹੈ, ਆਦਤਾਂ ਵਿੱਚ ਨਿੰਦਾ ਹੈ, ਆਦਤਾਂ ਵਿੱਚ ਕ੍ਰੋਧ ਹੈ, ਲੋਕ ਲਾਜ ਵਿੱਚ ਫਸਿਆ ਹੋਇਆ, ਲੋਕਾਂ ਨੂੰ ਖੁਸ਼ ਕਰਨਾ ਚਾਹੁੰਦਾ ਹੈ, ਫੈਸਲੇ ਲੋਕ ਲਾਜ ਤੋਂ ਡਰ ਕੇ ਲੈ ਰਿਹਾ, ਅੰਦਰ ਗੁਮਾਨ ਵਿਖਾਵਾ ਹੈ, ਹੋਰਨਾਂ ਨਾਲ ਨਫ਼ਰਤ ਕਰਦਾ ਹੈ। ਫਿਰ ਇਹ ਜਿਹੜੀ ਸਮਾਧੀ ਲਾ ਰਿਹਾ ਹੈ, ਅੰਦਰ ਤਾਂ ਧਰਮ ਆਇਆ ਨਹੀਂ, ਦੂਸਰਿਆਂ ਨੂੰ ਉਪਦੇਸ਼ ਰਿਹਾ, ਤੇ ਧੰਦਾ ਹੈ, ਤੇਰੀ ਜ਼ਿੰਦਗੀ ਵਿਅਰਥ ਜਾ ਰਹੀ ਹੈ। ਕਹਿ ਕਬੀਰ ਇੱਕ ਰਾਮ ਨਾਮ ਬਿਨ ਕਿਆ ਜਗ ਮਾਇਆ ਫੰਦਾ। ਰੱਬ ਦਾ ਨਾਮ ਤਿੰਨ ਰੂਪ ਨੇ, ਰੱਬ ਦਾ ਨਿਜ਼ਮ ਰੱਬ ਦਾ ਨਾਮ ਹੈ, ਉਹਨੂੰ ਫੋਲੋ ਕਰਨਾ ਹੈ। ਰੱਬੀ ਉਪਦੇਸ਼ ਰੱਬ ਦਾ ਨਾਮ ਹੈ, ਉਹਨੂੰ ਜ਼ਿੰਦਗੀ 'ਚ ਮੰਨਣਾ ਹੈ। ਉਹਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ, ਇਹਨੂੰ ਜਿਉਣਾ ਹੈ। ਇਹਦੇ ਤੋਂ ਬਿਨਾਂ ਭਗਤ ਕਬੀਰ ਜੀ ਕਹਿੰਦੇ, ਇਹ ਮਾਇਆ ਦੇ ਧੰਦੇ ਵਿੱਚ ਮਨ ਲਪਟਿਆ ਹੋਇਆ। ਗੌੜੀ ਅੱਗੋਂ, ਗੌੜੀ ਰਾਗ ਦੇ ਵਿੱਚ 68ਵਾਂ ਸ਼ਬਦ ਭਗਤ ਕਬੀਰ ਜੀ ਦਾ, ਮਨ ਰੇ ਛਾਡਹੁ ਭਰਮ ਪ੍ਰਗਟ ਹੋਏ ਨਾਚੋ, या ਮਾਇਆ ਕੇ ਡਾਂਡੇ ਐ ਮਨਾ। ਮਾਇਆ ਕੇ ਡਾਂਡੇ, ਆ ਜਿੰਨੀ ਤੇਰੇ ਅੰਦਰ ਰੌਂਗ ਅਟੈਂਸ਼ਨ ਹੈ ਨਾ, ਇਹ ਜਿਹੜੀ ਖਿੱਚ ਹੈ ਤੇਰੇ ਅੰਦਰ, ਉਸ ਖਿੱਚ ਵਿੱਚ ਜਿੰਨੇ ਵੀ ਕਰਮ ਤੇਰਾ ਮਨ, ਤੇਰੀ ਮੱਤ, ਤੇਰੀਆਂ ਅੱਖਾਂ, ਤੇਰੀ ਜ਼ੁਬਾਨ, ਤੇਰੇ ਕੰਨ ਕਰਦੇ ਨੇ, ਡਾਂਡੇ ਹੁੰਦਾ ਪਨਿਸ਼ਮੈਂਟ, ਸਜ਼ਾ, ਤੇ ਉਹਦਾ ਦੰਡ ਮਿਲਦਾ, ਸਜ਼ਾ ਮਿਲਦੀ ਹੈ। ਦੂਸਰੇ ਤੇ ਪ੍ਰਭਾਵ ਪਾਉਣਾ, ਦੂਸਰੇ ਨੂੰ ਦਬਾ ਕੇ ਰੱਖਣਾ, ਇੱਕ ਖਿੱਚ ਹੈ, ਇਹ ਮਾਇਆ ਹੈ। ਇਸ ਖਿੱਚ ਵਿੱਚ ਕੌੜੇ ਬੋਲ ਬੋਲਣੇ, ਹੰਕਾਰ ਵਾਲੇ ਬੋਲ ਬੋਲਣੇ, ਉਹਦੇ ਨਾਲ ਦੂਰੀਆਂ ਪੈਂਦੀਆਂ ਨੇ, ਬੱਚੇ ਦੂਰ ਹੁੰਦੇ ਨੇ, ਇਹਦੀ ਸਜ਼ਾ ਮਿਲਦੀ ਹੈ। ਕੱਢ ਇਸ ਭਰਮ ਨੂੰ, ਪ੍ਰਗਟ ਹੋਏ ਨਾਚੋ, ਖੁੱਲ੍ਹ ਕੇ ਗੁਰੂ ਦੇ ਮਾਰਗ ਤੇ ਤੁਰ, ਇੱਕ ਵਿਸ਼ਵਾਸ ਵਿੱਚ ਗੁਰੂ ਦੇ ਮਾਰਗ ਤੇ ਤੁਰ, ਸੱਜਾ ਖੱਬਾ ਨਾ ਦੇਖ, ਹੋਰ ਪਾਸੇ ਨਾ ਉਲਝ, ਸੂਰ ਕੇ ਸਨਮੁਖ ਰਨ ਤੇ ਡਰ ਪੈ, ਸਤੀ ਕੇ ਸਾਂਚੈ ਭਾਂਡੇ। ਹੁਣ ਇੱਕ ਤੇ ਜਿਹੜਾ ਸੂਰਮਾ ਹੈ, ਉਹ ਰਣ ਤੱਤੇ ਵਿੱਚ ਜਦੋਂ ਜੂਝਦਾ ਹੈ ਨਾ, ਸੱਜਾ ਖੱਬਾ ਨਹੀਂ ਦੇਖਦਾ, ਆਪਾ ਵਾਰ ਦਿੰਦਾ ਉਸ ਪਾਸੇ। ਦੂਸਰੀ ਨਿਸ਼ਾਨੀ ਦਿੱਤੀ ਸਤੀ ਦੀ, ਇਹਦਾ ਮਤਲਬ ਇਹ ਨਹੀਂ ਹੈ ਕਿ ਗੁਰਮਤ ਸਤੀ ਪ੍ਰਥਾ ਦੇ ਹੱਕ ਵਿੱਚ ਹੈ। ਸਤੀ ਪ੍ਰਥਾ ਕੀ ਹੈ? ਅੱਜ ਨਹੀਂ ਹੈ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਖਤਮ ਕਰ ਦਿੱਤੀ ਸੀ। ਹਿੰਦੁਸਤਾਨ ਦੇ ਵਿੱਚ ਜਦੋਂ ਕਿਸੇ ਔਰਤ ਦਾ ਪਤੀ ਮਰ ਜਾਂਦਾ ਸੀ, ਤੇ ਉੱਥੋਂ ਦੀ ਸੁਸਾਇਟੀ, ਉਹ ਲੋਕ ਕਹਿੰਦੇ ਸੀ ਹੁਣ ਤੇਰਾ ਜਿਉਣ ਦਾ ਹੱਕ ਨਹੀਂ ਰਿਹਾ, ਤੇਰੇ ਵੱਲ ਲੋਕ ਮੈਲੀਆਂ ਨਜ਼ਰਾਂ ਨਾਲ ਦੇਖਣਗੇ, ਤੂੰ ਇਕੱਲੀ ਰਹਿ ਗਈ ਹੈ ਪਤੀ ਤੋਂ ਬਿਨਾਂ, ਤੇ ਤੈਨੂੰ ਪਤੀ ਦੀ ਚਿਖਾ ਦੇ ਵਿੱਚ ਜਦੋਂ ਉਹਦੀ ਡੈੱਡ ਬੋਡੀ ਦਾ ਸੰਸਕਾਰ ਹੋਏਗਾ, ਤੈਨੂੰ ਉਹਦੇ 'ਚ ਸੜਨਾ ਪਵੇਗਾ। ਤੇ ਜਿਨ੍ਹਾਂ ਨੇ ਰਸਮਾਂ ਬਣਾਈਆਂ, ਉਹ ਕੀ ਕਰਦੇ ਸੀ, ਕੋਈ ਪੂਜਾ ਪਾਠ ਕਰਨਾ, ਉਹਦੇ ਹੱਥ ਵਿੱਚ ਇੱਕ ਸੰਧੂਰ ਨਾਰੀਅਲ ਹੁੰਦਾ ਜਿਹੜਾ, ਉਸ ਦੇ ਉੱਪਰ ਸੰਧੂਰ ਪਾ ਕੇ ਉਹ ਨਾਰੀਅਲ ਵਾਲਾ ਸੰਧੂਰ ਦੇ ਦੇਣਾ, ਉਹਨੂੰ ਸੰਧੌਰਾ ਕਹਿ ਦਿੰਦੇ ਸੀ। ਇਹਨੂੰ ਹੱਥ 'ਚ ਫੜ, ਜਿੰਨੇ ਗਹਿਣੇ ਘਰ 'ਚ ਪਏ ਉਹ ਪਹਿਨ ਲੈ, ਜਿੰਨੀ ਮਾਇਆ ਕੋਲ ਰੱਖ। ਉਹ ਮਾਇਆ ਸੋਹਣੇ ਕੱਪੜੇ ਗਹਿਣੇ ਪਹਿਨਾ ਕੇ, ਹੱਥ 'ਚ ਉਹ ਨਾਰੀਅਲ ਸੰਧੂਰ ਵਾਲਾ ਫੜਾ ਕੇ, ਉਹ ਔਰਤ ਚਿਖਾ ਦੇ ਕੋਲ ਜਾਂਦੀ,
ਤੇ ਉਹ ਜਿਹੜਾ ਰਸਮਾਂ ਨਿਭਾਉਣ ਵਾਲਾ ਸੀ, ਉਹ ਕਹਿੰਦਾ ਸੀ ਹੁਣ ਸਾਰੇ ਬਸਤਰ, ਇਹ ਸਾਰੇ ਜਿਹੜੇ ਕੀਮਤੀ ਗਹਿਣੇ ਨੇ, ਇਹ ਮੈਨੂੰ ਦੇ ਦੇ। ਕੀਮਤੀ ਗਹਿਣੇ ਦੇਣ ਦੇ ਤੇ ਤੂੰ ਚਿਖਾ 'ਚ ਸੜ। ਐਸੀਆਂ ਬੇਹੂਦਾ ਜੀਆਂ ਰਸਮਾਂ ਹਿੰਦੁਸਤਾਨ ਵਿੱਚ ਚੱਲਦੀਆਂ ਸਨ। ਪਰ ਉਸ ਦੇ ਵਿੱਚ ਜਦੋਂ ਕੋਈ ਪਤਨੀ ਡੋਲਦੀ ਸੀ, ਤਾਂ ਉਹਨੂੰ ਇਹ ਕਹਿੰਦੇ ਸੀ ਜਦੋਂ ਹੱਥ 'ਚ ਸੰਧੌਰਾ ਹੀ ਫੜ ਲਿਆ, ਭਾਵ ਤੂੰ ਚਿਖਾ ਤੇ ਚੜ੍ਹਨ ਵਾਸਤੇ ਤੂੰ ਆਪਣੇ ਆਪ ਨੂੰ ਫੈਸਲਾ ਹੀ ਲੈ ਲਿਆ, ਤੇ ਹੁਣ ਫਿਰ ਡੋਲਣ ਦਾ ਕੀ ਮਤਲਬ? ਉਸ ਚੀਜ਼ ਨੂੰ ਸਾਹਮਣੇ ਰੱਖ ਕੇ ਕਹਿ ਰਹੇ ਨੇ ਕਿ ਜਿਹੜਾ ਕੰਮ ਕਰਨ ਵਾਸਤੇ ਤੁਸੀਂ ਫੈਸਲਾ ਲੈ ਲਿਆ, ਜਾਂ ਤਾਂ ਤੁਰੋ ਨਾ, ਜਾਂ ਫਿਰ ਡਾਵਾਂਡੋਲ ਕਿਉਂ ਹੁੰਦੇ ਹੋ? ਇਸ ਲਈ ਰੱਬ ਦੇ ਮਾਰਗ ਤੇ ਤੁਰਨ ਦਾ ਜੇ ਫੈਸਲਾ ਲਿਆ ਹੈ, ਗੁਰੂ ਦੇ ਗੁਰਸਿੱਖ ਬਣਨ ਦਾ ਫੈਸਲਾ ਲਿਆ ਹੈ, ਜੇ ਧਰਮੀ ਬਣਨ ਵਾਸਤੇ ਸੋਚਿਆ ਹੈ, ਡਗਮਗ ਛਾੜ ਰੇ ਮਨ ਬੌਰਾ ਐ ਮਨ ਪਾਗਲ, ਇਹ ਡਾਵਾਂਡੋਲ ਹੋਣਾ ਛੱਡ ਦੇ ਡਗਮਗ। ਦੇਖਿਆ ਜਾਵੇ ਤਾਂ ਆ ਜਿਹੜਾ ਗੁਣ ਹੈ ਨਾ, ਇਹ ਜ਼ਿੰਦਗੀ ਦੇ ਹਰ ਖੇਤਰ ਵਿੱਚ ਕੰਮ ਦਿੰਦਾ। ਕੋਈ ਵੀ ਕੰਮ ਕਰਨਾ ਹੋਵੇ ਨਾ, ਉਹਦੇ ਤੇ ਆਪਾ ਵਾਰ ਦੇਣਾ ਚਾਹੀਦਾ। ਡਾਵਾਂਡੋਲ ਹੋ ਕੇ ਕਦੀ ਕੋਈ ਮੰਜ਼ਿਲ ਨਹੀਂ ਮਿਲਦੀ ਹੁੰਦੀ। ਅਬ ਤੋ ਜਰੇ ਮਰੇ ਸਿੱਧ ਪਾਈ ਹੈ ਲੀਨੋ ਹਾਥ ਸੰਧੌਰਾ। ਜੇ ਔਰਤ ਨੇ ਹੱਥ ਵਿੱਚ ਉਹ ਨਾਰੀਅਲ ਸੰਧੂਰ ਵਾਲਾ ਫੜ ਹੀ ਲਿਆ ਤੇ ਮਰਨ ਦਾ ਫੈਸਲਾ ਹੀ ਕਰ ਲਿਆ, ਤੇ ਫਿਰ ਤੈਨੂੰ ਮਰ ਕੇ ਹੀ ਸਫਲਤਾ ਮਿਲਣੀ ਹੈ, ਫਿਰ ਹੀ ਸਤੀ ਕਹਾਏਂਗੀ। ਇੱਥੇ ਮੈਂ ਬੇਨਤੀ ਕਰ ਦੇਵਾਂ, ਗੁਰਮਤ ਇਸ ਦੇ ਉਲਟ ਹੈ। ਸਤੀ ਪ੍ਰਥਾ ਨਾਲ ਸਹਿਮਤ ਨਹੀਂ ਹੈ, ਤਾਂ ਸਤੀ ਪ੍ਰਥਾ ਦੀ ਇੱਕ ਉਦਾਹਰਨ ਭਗਤ ਕਬੀਰ ਜੀ ਨੇ ਦਿੱਤੀ ਹੈ। ਅਸਲ ਤੱਥ ਸਮਝੀਦਾ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਤੀ ਪ੍ਰਥਾ ਬੰਦ ਕਰ ਦਿੱਤੀ ਸੀ, ਤੇ ਗੁਰਮਤ ਦੇ ਵਿੱਚ ਅਗਰ ਕਿਸੇ ਪਤਨੀ ਦਾ ਪਤੀ ਚੜਾਈ ਕਰ ਜਾਂਦਾ, ਤੇ ਪਤਨੀ ਕੋਲ ਵੀ ਦੂਜੇ ਵਿਆਹ ਦਾ ਹੱਕ ਹੈ। ਅਗਰ ਪਤੀ ਦੀ ਪਤਨੀ ਚੜਾਈ ਕਰ ਜਾਂਦੀ, ਤਾਂ ਪਤੀ ਕੋਲ ਵੀ ਹੱਕ ਹੈ। ਇਸ ਲਈ ਇਹ ਇੱਕ ਉਦਾਹਰਨਾਂ ਵਰਤੀਆਂ ਜਾਂਦੀਆਂ ਨੇ, ਤੱਤ ਸਿਧਾਂਤ ਲਈਦਾ ਹੈ। ਇੱਦਾਂ ਨਹੀਂ ਹੈ ਕਿ ਸ਼ਬਦ ਬਾਲ ਦੀ ਖਲ ਨਹੀਂ ਉਤਾਰੀ ਦੀ। ਇਹ ਰਾਹੋ ਪਦਾ ਹੈ। ਅੱਗੇ ਕਹਿ ਰਹੇ ਨੇ, ਕਾਮ ਕ੍ਰੋਧ ਮਾਇਆ ਕੇ ਲੀਨੇ ਆਬਿਦ ਜਗਤ ਬਿਗੂਤਾ। ਇਹ ਜਿਹੜਾ ਸਮਾਜ ਸੰਸਾਰ ਹੈ ਨਾ, ਦੁਨੀਆ, ਇਹ ਕਾਮ ਕ੍ਰੋਧ ਗੁਮਾਨ ਵਿਖਾਵਾ ਨਿੰਦਾ ਚੁਗਲੀ ਨਫ਼ਰਤ, ਇਹਦੇ ਵਿੱਚ ਉਲਝੇ ਹੋਏ ਨੇ, ਤੇ ਖੱਜਲ ਖੁਆਰ ਵੀ ਹੋ ਰਹੇ ਨੇ। ਇਹ ਹਰ ਆਦਤ ਜ਼ਿੰਦਗੀ 'ਚ ਖੱਜਲ ਖੁਆਰੀ ਪੈਦਾ ਕਰਦੀ ਹੈ। ਜਿਹੜਾ ਨਿੰਦਾ ਦਾ ਰਸ ਹੈ ਨਾ, ਇਹ ਪਤਾ ਕਿਵੇਂ ਖੱਜਲ ਖੁਆਰੀ ਕਰਦਾ ਹੈ? ਇੱਕ ਤਾਂ ਇਹ ਆਦਤ ਪੱਕ ਜਾਂਦੀ ਹੈ ਹਰ ਇੱਕ 'ਚੋਂ ਨੁਕਸ ਲੱਭਣ ਦੀ। ਫਿਰ ਗੁਣਾਂ ਦੀ ਚਰਚਾ ਨਹੀਂ ਕਰੇਗਾ, ਨੁਕਸ ਲੱਭੇਗਾ। ਇਹ ਆਦਤ ਘਰ ਵਿੱਚ ਨੁਕਸਾਨ ਦਿੰਦੀ ਹੈ, ਫਿਰ ਪਤਨੀ ਦੇ ਨੁਕਸ ਹੀ ਦਿਸਦੇ ਨੇ, ਬੱਚਿਆਂ ਦੇ ਨੁਕਸ ਹੀ ਦਿਸਦੇ ਨੇ। ਫਿਰ ਬੱਚਿਆਂ ਨੂੰ ਟੋਕਦਾ ਹੈ, ਪਤਨੀ ਨੂੰ ਟੋਕਦਾ ਹੈ, ਘਰ ਵਿੱਚ ਦੂਰੀ ਪੈਦਾ ਹੋ ਜਾਂਦੀ ਹੈ। ਬੱਚੇ ਵੱਡੇ ਹੁੰਦੇ ਨੇ, ਵਿਆਹੇ ਜਾਂਦੇ ਨੇ, ਫਿਰ ਉਹ ਪੁੱਛਦੇ ਨਹੀਂ, ਉਂਝੇ ਲਾ ਦਿੰਦੇ ਨੇ, ਖੱਜਲ ਖੁਆਰ ਹੋ ਗਿਆ। ਜਿਹੜਾ ਲੋਕ ਲਾਜ ਹੈ, ਲੋਕਾਂ ਨੂੰ ਦੇਖ ਕੇ ਗੁਮਾਨ ਹੰਕਾਰ ਵਿਖਾਵਾ ਕਰਨਾ, ਇਹਦੇ 'ਚ ਫਜ਼ੂਲ ਖਰਚੀਆਂ ਹੁੰਦੀਆਂ ਨੇ। ਫਜ਼ੂਲ ਖਰਚੀਆਂ ਨਾਲ ਸਟ੍ਰੈਸ ਵੱਧਦਾ ਹੈ, ਸਟ੍ਰੈਸ ਘਰ ਵਿੱਚ ਮਿਕਸ ਹੁੰਦਾ ਹੈ। ਸਾਰੇ ਖਿਲਾਰੇ ਮਨੁੱਖ ਦੇ ਘਰ ਵਿੱਚ ਉਹਦੀ ਜ਼ਿੰਦਗੀ 'ਚ ਪੈ ਜਾਂਦੇ ਨੇ। ਇਸ ਲਈ ਇਹ ਜਗਤ ਖੱਜਲ ਖੁਆਰ ਹੋ ਰਿਹਾ। ਕਹਿ ਕਬੀਰ ਰਾਜਾ ਰਾਮ ਨਾ ਛੋਡੋ, ਸਗਲ ਊਚ ਤੇ ਨੀਚਾ, ਸਗਲ ਊਚ ਤੇ ਊਚਾ। ਭਗਤ ਕਬੀਰ ਜੀ ਕਹਿੰਦੇ, ਸਾਰੇ ਉੱਚਿਆਂ ਤੋਂ ਵੀ ਉੱਚੇ ਜੋ ਰਾਜਾ ਰਾਮ ਰੱਬ ਹੈ, ਮੈਂ ਨਹੀਂ ਉਸ ਨੂੰ ਛੱਡ ਸਕਦਾ। ਲੋਕ ਕਿਸੇ ਬੰਦੇ ਨੂੰ ਰੱਬ ਸਮਝ ਕੇ ਪੂਜਦੇ ਨੇ। ਕੋਈ ਕਿਸੇ ਨੂੰ ਰੱਬ ਮੰਨੀ ਜਾਂਦਾ, ਕੋਈ ਕਿਸੇ ਨੂੰ ਰੱਬ ਮੰਨੀ ਜਾਂਦਾ। ਦੁਨੀਆ ਦਾ ਕੀ ਹੈ? ਦੁਨੀਆ ਤੇ ਬ੍ਰਿਕਸ਼ਾਂ ਨੂੰ ਰੱਬ ਮੰਨੀ ਜਾ ਰਹੀ ਹੈ। ਪੰਜਾਬ ਦੇ ਬਹੁਤ ਸਾਰੇ ਥਾਵਾਂ ਤੇ ਕਿਸੇ ਬ੍ਰਿਕਸ਼ ਦੇ ਉੱਪਰ ਸੰਦੂਰ ਪਾਇਆ ਹੁੰਦਾ ਹੈ, ਉੱਥੇ ਖੰਮਣੀਆਂ ਪਾਈਆਂ ਹੁੰਦੀਆਂ ਨੇ, ਉਸੇ ਨੂੰ ਪੂਜੀ ਜਾਂਦੇ ਨੇ। ਕੋਈ ਸੱਪਾਂ ਦੀ ਖੁੱਡ ਵਿੱਚ ਹੀ ਲੱਸੀ ਪਾ ਰਿਹਾ ਹੈ, ਕੋਈ ਦੋ ਚਾਰ ਇੱਟਾਂ ਰੱਖ ਕੇ ਉਹਦੀ ਮਟੀ ਬਣਾ ਕੇ ਪੂਜ ਰਿਹਾ, ਕੋਈ ਮਟੀ ਨੂੰ ਵੱਡਾ ਮਹਿਲ ਬਣਾ ਕੇ ਪੂਜ ਰਿਹਾ। ਰੱਬ ਤਾਂ ਹਰ ਥਾਂ ਤੇ ਆਪਣਾ ਨਿਜ਼ਮ ਬਣ ਕੇ, ਸੱਚਾ ਗਿਆਨ ਬਣ ਕੇ, ਗੁਣ ਬਣ ਕੇ, ਜੋਤ ਬਣ ਕੇ ਸਾਡੇ ਅੰਦਰ ਤੇ ਬਾਹਰ ਹਰ ਥਾਂ ਤੇ ਹੈ। ਭਗਤ ਕਬੀਰ ਜੀ ਕਹਿੰਦੇ, ਮੈਂ ਨਹੀਂ ਉਸ ਨੂੰ ਛੱਡ ਸਕਦਾ। ਗੌੜੀ, ਅੱਗੇ ਗੌੜੀ ਰਾਗ ਦਾ ਭਗਤ ਕਬੀਰ ਜੀ ਦਾ 59ਵਾਂ ਸ਼ਬਦ, ਫਰਮਾਨ ਤੇਰਾ ਸਿਰੈ ਉੱਪਰ ਫਿਰਨਾ ਕਰਤ ਵਿਚਾਰ। ਕੁਝ ਇਹ ਵਾਹਿਗੁਰੂ ਜੀ, ਤੁਹਾਡਾ ਹੁਕਮ ਚੱਲਦਾ ਹੈ, ਤੁਹਾਡਾ ਨਿਜ਼ਮ ਚੱਲਦਾ ਹੈ, ਸਭ ਦੇ ਸਿਰ ਉੱਪਰ ਚੱਲ ਰਿਹਾ। ਰੱਬ ਦੇ ਨਿਜ਼ਮ ਤੋਂ ਬਾਹਰ ਕੋਈ ਵੀ ਨਹੀਂ। ਜਿਹੋ ਜੀ ਭਾਵਨਾ ਉਹ ਜਿਹਾ ਫਲ ਮਿਲੇਗਾ। ਰੱਬ ਦਾ ਨਿਜ਼ਮ ਜਿਹਦੀ ਨੀਅਤ ਮਾੜੀ ਹੈ, ਜਿਹਦੀ ਨੀਅਤ ਛੋਟੀ ਹੈ, ਸੁੰਗੜੀ ਹੋਈ ਹੈ, ਉਹਦੇ ਰਿਜ਼ਲਟ ਵੀ ਮਾੜੇ ਨੇ, ਉਹਦੇ ਰਿਜ਼ਲਟ ਵੀ ਸੁੰਗੜੇ ਹੋਏ। ਜਿਹਦੀਆਂ ਆਦਤਾਂ ਭੈੜੀਆਂ ਨੇ, ਉਹਦੀ ਜ਼ਿੰਦਗੀ ਵਿੱਚ ਰਿਜ਼ਲਟ ਭੈੜੇ ਨੇ। ਜਿਹਦੀ ਨੀਅਤ ਸ਼ੁੱਧ ਹੈ, ਜਿਹਦੇ ਨਿਸ਼ਾਨੇ ਸ਼ੁੱਧ ਨੇ,
ਜਿਹਦੀ ਭਾਵਨਾ ਸ਼ੁੱਧ ਹੈ, ਉਹਦੇ ਰਿਜ਼ਲਟ ਚੰਗੇ ਹੋਣਗੇ। ਫਰਮਾਨ ਹੈ, ਉਹਦਾ ਹੁਕਮ ਹੈ, ਉਹਦਾ ਨਿਜ਼ਮ ਹੈ। ਉਹ ਨਿਜ਼ਮ ਨੂੰ ਕੋਈ ਪਲਟ ਨਹੀਂ ਸਕਦਾ, ਸਾਰਿਆਂ ਦੇ ਉੱਪਰ ਹੈ। ਉਹਦੇ ਨਿਜ਼ਮ ਦੇ ਉਲਟ ਅਸੀਂ ਵਿਚਾਰ ਨਹੀਂ ਕਰ ਸਕਦੇ। ਉਹ ਜੋ ਹੋ ਗਿਆ ਉਹਦੇ ਤੇ ਕੋਈ ਵਿਚਾਰ ਨਹੀਂ ਕਰ ਸਕਦੇ। ਇਹ ਵਾਹਿਗੁਰੂ ਜੀ, ਅਸੀਂ ਤੇਰੇ ਹੁਕਮ ਨੂੰ ਨਹੀਂ ਕਹਿ ਸਕਦੇ ਕਿ ਇਦਾਂ ਨਹੀਂ, ਇਦਾਂ ਚਾਹੀਦਾ। ਕਈ ਵਾਰੀ ਸਾਨੂੰ ਧਰਮ ਸਿਖਾਇਆ ਜਾਂਦਾ ਹੈ, ਅਸੀਂ ਰੱਬ ਨੂੰ ਕਹਿੰਦੇ ਇਦਾਂ ਕਰ। ਨਹੀਂ, ਜੋ ਹਾਲਾਤ ਹੋਣ ਉਹਨੂੰ ਜੂਝਣਾ ਸਿਖਾਉਂਦੀ ਹੈ ਗੁਰਬਾਣੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਦੁੱਖ ਸੁਨੇਹਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਗੁਰੂ ਸਾਹਿਬਾਨਾਂ ਨੇ, ਗੁਰੂ ਕੇ ਸੂਰਮਿਆਂ ਨੇ ਦੁੱਖਾਂ ਨੂੰ ਜਿਉਂ ਕੇ ਦਿਖਾ ਦਿੱਤਾ। ਅਰਦਾਸਾਂ ਨਹੀਂ ਕੀਤੀਆਂ ਦੁੱਖ ਨਾ ਆਵੇ। ਅਸੀਂ ਆਪਣੇ ਭੇਟਾਵਾਂ ਦੇ ਸਵਾਰਥ ਵਿੱਚ ਲੋਕਾਂ ਨੂੰ ਧਾਰਮਿਕ ਕਰਮਕਾਂਡ ਵਿੱਚ ਫਸਾ ਰਹੇ ਹਾਂ, ਆਪਣੀਆਂ ਹੱਟੀਆਂ ਚਲਾ ਰਹੇ ਹਾਂ, ਜਦ ਕਿ ਗੁਰਮਤਿ ਜ਼ਿੰਦਗੀ ਜਿਉਣਾ ਸਿਖਾਉਂਦੀ ਹੈ। ਇਹ ਵਾਹਿਗੁਰੂ ਜੀ, ਤੁਹਾਡਾ ਨਿਜ਼ਮ, ਤੁਹਾਡਾ ਹੁਕਮ ਸਾਰਿਆਂ ਦੇ ਉੱਪਰ ਚੱਲਦਾ ਹੈ। ਤੂੰ ਹੀ ਦਰਿਆ, ਤੂੰ ਹੀ ਕਰੀਆ, ਤੁਝੇ ਤੇ ਨਿਸਤਾਰ। ਤੂੰ ਹੀ ਇਸ ਸੰਸਾਰ ਦੇ ਵਿੱਚ ਕੌਤਕ ਬਣ ਕੇ ਇੱਕ ਦਰਿਆ ਹੈ। ਇੱਥੇ ਜੋ ਵਰਤਾਰੇ ਵਰਤਦੇ ਨੇ, ਉਹਨਾਂ ਵਰਤਾਰਿਆਂ ਵਿੱਚ ਤੂੰ ਸੱਚਾ ਗਿਆਨ ਬਣ ਕੇ ਬੈਠਾ ਹੈ। ਉਹਦੇ ਵਿੱਚੋਂ ਲੋਕਾਂ ਦੇ ਅੰਦਰ ਵਿਚਾਰਾਂ ਦੀਆਂ, ਸੋਚਾਂ ਦੀਆਂ ਲਹਿਰਾਂ ਉੱਠਦੀਆਂ ਨੇ। ਜਿਹਨੂੰ ਸਮਝ ਆ ਗਈ ਉਹ ਬਚ ਜਾਂਦਾ ਹੈ, ਜਿਹਨੂੰ ਨਹੀਂ ਸਮਝ ਆਈ ਇਹਨਾਂ ਲਹਿਰਾਂ ਵਿੱਚ ਡੁੱਬ ਜਾਂਦਾ ਹੈ। ਵਾਹਿਗੁਰੂ ਜੀ, ਤੁਸੀਂ ਆਪ ਹੀ ਦਰਿਆ ਹੋ, ਤੂੰ ਹੀ ਕਰੀਆ। ਕਰੀਆ ਹੁੰਦਾ ਮਲਾਹ, ਬੇੜੀ ਨੂੰ ਚਲਾਉਣ ਵਾਲਾ, ਤੇ ਤੁਸੀਂ ਮਲਾਹ ਹਾਂ ਸਾਡੀ ਜ਼ਿੰਦਗੀ ਦੇ। ਤੁਝੇ ਤੇ ਨਿਸਤਾਰ, ਤੇ ਤੁਸੀਂ ਹੀ ਸਾਡੀ ਜ਼ਿੰਦਗੀ ਨੂੰ ਮੈਨੇਜ ਕਰਨਾ ਸਿਖਾਉਣਾ। ਰੱਬ ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਹੈ। ਸੱਚਾ ਗਿਆਨ ਬਣ ਕੇ ਗੁਰਬਾਣੀ ਦੇ ਰਚਨਹਾਰਿਆਂ ਦੇ ਹਿਰਦੇ ਵਿੱਚ ਪ੍ਰਗਟ ਹੋਏ। ਰੱਬ ਸੱਚਾ ਗਿਆਨ ਬਣ ਕੇ ਗੁਰਬਾਣੀ ਦੇ ਰਚਨਹਾਰਿਆਂ ਦੀ ਜ਼ੁਬਾਨ ਤੋਂ ਗੁਰਬਾਣੀ ਬਣ ਕੇ ਪ੍ਰਗਟ ਹੋਏ, ਤੇ ਉਹ ਰੱਬ ਸੱਚਾ ਗਿਆਨ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ। ਉਸ ਤੋਂ ਸਿੱਖ ਕੇ ਹੀ ਜ਼ਿੰਦਗੀ ਮੈਨੇਜ ਹੋਏਗੀ। ਬੰਦੇ ਬੰਦਗੀ ਇਖਤਿਆਰ ਹੈ। ਬੰਦਗੀ ਨੂੰ ਇਖਤਿਆਰ ਸ਼ਬਦ ਇਖਤਿਆਰ ਤੋਂ ਆਇਆ। ਕਬੂਲ ਕਰ, ਇਸ ਨੂੰ ਐਕਸੈਪਟ ਕਰ। ਬੰਦਗੀ ਕੀ ਹੈ? ਰੱਬ ਦੇ ਨਿਜ਼ਮ ਨੂੰ ਸਮਝਣਾ ਤੇ ਫੋਲੋ ਕਰਨਾ, ਇਹ ਬੰਦਗੀ ਦਾ ਇੱਕ ਹਿੱਸਾ ਹੈ। ਉਹਦੇ ਲਈ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ, ਰੱਬੀ ਉਪਦੇਸ਼ ਨੂੰ ਜ਼ਿੰਦਗੀ ਵਿੱਚ ਸੋਚ ਸੁਭਾਅ ਤੇ ਲਾਗੂ ਕਰਕੇ ਜਿਉਣਾ, ਆਪਾ ਵਾਰਨਾ, ਘਾਟੇ ਵਾਧੇ ਚੱਲਣੇ, ਔਰ ਉਸ ਨੂੰ ਪ੍ਰੈਕਟੀਕਲ ਜਿਉਣਾ ਬੰਦਗੀ ਦਾ ਦੂਸਰਾ ਹਿੱਸਾ ਹੈ। ਤੇ ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ, ਉਹਦੀ ਭੈ ਭਾਵਨੀ ਵਿੱਚ ਫੈਸਲੇ ਲੈਣੇ ਤੀਜਾ ਹਿੱਸਾ ਹੈ। ਰੱਬ ਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਜਿਉਣਾ, ਗੁਣਾਂ ਦਾ ਸ਼ੁਕਰਾਨਾ ਕਰਨਾ ਤੇ ਗੁਣਾਂ ਦੇ ਨਾਲ ਪਰਉਪਕਾਰ ਕਰਨਾ ਬੰਦਗੀ ਦਾ ਚੌਥਾ ਹਿੱਸਾ। ਇਹਨੂੰ ਕਬੂਲ ਕਰ, ਸਾਹਿਬ ਰੋਸ ਧਰੋਂ ਕੇ ਪਿਆਰ ਰਹਾਓ। ਫਿਰ ਮਾਲਕ ਦਾ ਭਾਵੇਂ ਪਿਆਰ ਮਿਲੇ ਤੇ ਭਾਵੇਂ ਰੋਸ ਮਿਲੇ, ਭਾਵ ਜ਼ਿੰਦਗੀ ਵਿੱਚ ਭਾਵੇਂ ਚੰਗੇ ਹਾਲਾਤ ਹੋਣ ਭਾਵੇਂ ਬੁਰੇ ਹੋਣ, ਇਸ ਮਿਸ਼ਨ ਤੇ ਤੁਰਿਆ ਰਹੇ। ਭਾਵੇਂ ਕੋਈ ਸਹਿਯੋਗ ਦੇਵੇ ਭਾਵੇਂ ਵਿਰੋਧ ਕਰੇ, ਪਿਆਰਿਆ ਤੇਰੀ ਜ਼ਿੰਦਗੀ ਦਾ ਨਿਸ਼ਾਨਾ ਮਜ਼ਬੂਤ ਹੋਣਾ ਚਾਹੀਦਾ ਹੈ। ਤੇਰੀ ਜ਼ਿੰਦਗੀ ਦਾ ਮਿਸ਼ਨ ਵੱਡਾ ਹੋਣਾ ਚਾਹੀਦਾ ਹੈ। ਉਸ ਮਿਸ਼ਨ ਤੇ ਆਪਾ ਵਾਰਨ ਦੀ ਭਾਵਨਾ ਪਰਪੱਕ ਹੋਣੀ ਚਾਹੀਦੀ ਹੈ। ਇਹ ਸ਼ਬਦ ਦਾ ਰਹਾਓ ਪਦਾ ਹੈ, ਸੈਂਟਰਲ ਆਈਡੀਆ ਹੈ ਰਹਾਓ। ਨਾਮ ਤੇਰਾ ਆਧਾਰ ਮੇਰਾ, ਜਿਉ ਫੂਲ ਜਈ ਹੈ ਨਾਰ। ਫੂਲ ਫੁੱਲ, ਜਈ ਖਿੜਨਾ, ਨਾਰ ਪਾਣੀ। ਜਿਵੇਂ ਫੁੱਲ ਜਿਹੜਾ ਹੈ ਨਾ ਪਾਣੀ ਵਿੱਚ ਖਿੜਦਾ ਹੈ, ਭਗਤ ਕਬੀਰ ਜੀ ਕਹਿੰਦੇ ਤੇਰਾ ਨਾਮ ਹੀ ਮੇਰਾ ਆਸਰਾ ਹੈ। ਨਾਮ ਦੇ ਤਿੰਨੋਂ ਰੂਪ ਰੱਬ ਦੇ ਨਿਜ਼ਮ ਵਿੱਚ ਫੋਲੋ, ਰੱਬ ਦੇ ਨਿਜ਼ਮ ਨੂੰ ਫੋਲੋ ਕਰਕੇ ਜੀਵਨ ਅੰਦਰੋਂ ਖਿੜਦਾ ਹੈ। ਰੱਬੀ ਉਪਦੇਸ਼ ਨੂੰ ਪ੍ਰੈਕਟੀਕਲ ਜਿਉਂ ਕੇ ਹੀ ਅੰਦਰੋਂ ਜੀਵਨ ਖਿੜੇਗਾ। ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਹੀ ਜੀਵਨ ਅੰਦਰੋਂ ਖਿੜੇਗਾ। ਕਹਿ ਕਬੀਰ ਗੁਲਾਮ ਘਰ ਕਾ, ਜਿਆਏ ਭਾਵੈ ਮਾਰ। ਭਗਤ ਕਬੀਰ ਜੀ ਕਹਿੰਦੇ ਰੱਬ ਦੇ ਮਾਰਗ ਤੇ ਤੁਰਨ ਵਾਸਤੇ ਤਾਂ ਆਪਣੇ ਆਪ ਨੂੰ ਗੁਲਾਮ ਬਣਾਉਣਾ ਹੈ ਰੱਬ ਦਾ। ਚਾਕਰ, ਮੁੱਲ ਖਰੀਦੀ ਲਾਲਾ ਗੋਲਾ। ਦੂਸਰੇ ਦੇਸ਼ਾਂ ਦੇ ਵਿੱਚੋਂ, ਦੂਸਰੇ ਇਲਾਕੇ ਦੇ ਵਿੱਚੋਂ ਮਨੁੱਖਾਂ ਨੂੰ ਖਰੀਦ ਕੇ ਲਿਆਂਦਾ ਜਾਂਦਾ ਸੀ। ਖਰੀਦ ਕੇ ਲਿਆ ਕੇ ਉਹਨੂੰ ਮੁੱਲ ਖਰੀਦੀ ਨੌਕਰ ਬਣਾਇਆ ਜਾਂਦਾ ਸੀ ਘਰ ਵਿੱਚ। ਜਿਹੜਾ ਆਪਣੇ ਦੇਸ਼ ਵੀ ਛੱਡ ਗਿਆ, ਮੁੱਲ ਖਰੀਦਿਆ, ਉਹ ਵਿਚਾਰਾ ਮਾਲਕ ਦੇ ਅੱਗੇ ਪੂਰਾ ਸਮਰਪਿਤ ਹੋ ਜਾਂਦਾ ਸੀ। ਇਸੇ ਤਰ੍ਹਾਂ ਮੇਰੇ ਵਾਹਿਗੁਰੂ ਨੇ ਸਾਡੇ ਤੇ ਕਿੱਡੇ ਪਰਉਪਕਾਰ ਕੀਤੇ ਨੇ। ਮੇਰੇ ਗੁਰੂ ਸਾਹਿਬ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ। ਅਸੀਂ ਤਾਂ ਗੁਰੂ ਸਾਹਿਬ ਦੇ ਤੇ ਰੱਬ ਦੇ ਮੁੱਲ ਖਰੀਦੇ ਹੋਏ ਆ। ਭਗਤ ਕਬੀਰ ਜੀ ਕਹਿੰਦੇ ਮੈਂ ਤੇ
ਉਹਦਾ ਗੁਲਾਮ ਬਣ ਗਏ ਹਾਂ, ਭਾਵੇਂ ਜਿਆਵੇ ਤੇ ਭਾਵੇਂ ਮਾਰੇ। ਜਿਸ ਤਰ੍ਹਾਂ ਦੇ ਮਰਜ਼ੀ ਹਾਲਾਤ ਹੋਣ, ਰੱਬ ਦੇ ਤੇ ਗੁਰੂ ਦੇ ਮਾਰਗ ਤੇ ਆਪਾ ਵਾਰ ਕੇ ਤੁਰਨਾ। ਗੌੜੀ ਅੱਗੋਂ ਗੌੜੀ ਰਾਗ ਦੇ ਵਿੱਚ 70ਵਾਂ ਸ਼ਬਦ ਭਗਤ ਕਬੀਰ ਜੀ ਦਾ। ਲੱਖ 84 ਜੀ ਜੋਨ ਮਹਿ ਭ੍ਰਮਤ ਨੰਦ ਬਹੁ ਕਥਾ ਕੋਰੇ। ਹੁਣ ਨਾ ਇੱਥੇ ਇੱਕ ਬੜੀ ਕਮਾਲ ਦੀ ਚੋਟ ਮਾਰਦੇ ਨੇ। ਕ੍ਰਿਸ਼ਨ ਜੀ ਦੇ ਭਗਤ, ਉਹਨਾਂ ਦੇ ਉਪਾਸਕ, ਸ਼ਰਧਾਲੂ, ਹਰ ਇੱਕ ਨੂੰ ਫਰੀਡਮ ਹੈ, ਆਜ਼ਾਦੀ ਹੈ, ਕੋਈ ਕਿਸੇ ਨੂੰ ਵੀ ਮੰਨੇ, ਕਿਸੇ ਨੂੰ ਵੀ ਪੂਜੇ। ਪਰ ਜਦੋਂ ਉਹ ਆਪਣੀ ਵਿਚਾਰਧਾਰਾ ਦੂਸਰੇ ਨੂੰ ਕਨਵਿੰਸ ਕਰਾਉਣ ਵਾਸਤੇ ਦੂਸਰੇ ਤੇ ਥੋਪਦਾ, ਤੇ ਦੂਸਰੇ ਕੋਲ ਵੀ ਫਰੀਡਮ ਹੈ ਉਹਨੂੰ ਗੱਲ ਕਹਿਣ ਦਾ, ਲੌਜਿਕ ਕਹਿਣ ਦਾ। ਅੱਜ ਧੜੇਬੰਦੀਆਂ ਮਿਟ ਸਕਦੀਆਂ ਨੇ ਜੇ ਅਸੀਂ ਇਹ ਗੱਲ ਸਮਝ ਲਈਏ। ਹਰ ਬੰਦੇ ਕੋਲੇ ਆਪਣੀ ਗੱਲ ਕਹਿਣ ਦਾ ਹੱਕ ਹੈ, ਪਰ ਕੋਈ ਵੀ ਬੰਦਾ ਕਿਸੇ ਤੇ ਆਪਣੀ ਗੱਲ ਥੋਪੇ ਨਾ, ਉਹਦੇ ਕੋਲੇ ਆਪਣੀ ਲੌਜਿਕ ਦੇਣ ਦਾ ਹੱਕ ਹੈ। ਨਫ਼ਰਤ ਕਰਨ ਦੀ ਲੋੜ ਨਹੀਂ, ਟਕਰਾਅ ਕਰਨ ਦੀ ਲੋੜ ਨਹੀਂ, ਆਪਣੀ ਆਪਣੀ ਲੌਜਿਕ ਦੇਣ ਦੀ ਲੋੜ ਹੈ। ਜਿਹੜੀ ਲੌਜਿਕ ਜਿੱਤ ਜਾਏਗੀ, ਉਹਦਾ ਪ੍ਰਭਾਵ ਪੈ ਜਾਏਗਾ। ਹੁਣ ਉਹ ਲੋਕ ਕ੍ਰਿਸ਼ਨ ਜੀ ਨੂੰ ਰੱਬ ਮੰਨਦੇ ਸੀ ਵੀ ਕ੍ਰਿਸ਼ਨ ਜੀ ਰੱਬ ਹੈ। ਭਗਤ ਕਬੀਰ ਜੀ ਕਹਿੰਦੇ ਲੱਖ 84 ਜੋਨ ਮਹਿ। ਇਹ ਜਿਹੜਾ ਮਨ ਹੈ, ਇਹ ਪਸ਼ੂ ਪ੍ਰਵਿਰਤੀਆਂ, ਜਾਨਵਰ ਪ੍ਰਵਿਰਤੀਆਂ ਆਪਣੇ ਅੰਦਰ ਲਿਆਉਂਦਾ ਹੈ। ਇਸ ਜੀਵਨ ਦੇ ਵਿੱਚ ਹੀ ਮਨ ਕਦੀ ਜੀਭ ਦੇ ਸਵਾਦ ਵਿੱਚ ਫੈਸਲੇ ਲੈਂਦਾ ਹੈ, ਉਸ ਵੇਲੇ ਮੱਛੀ ਦੀ ਜੂਨੀ ਹੈ। ਕੰਨਾਂ ਦੇ ਰਸਾਂ ਵਿੱਚ ਫੈਸਲੇ ਲੈਂਦਾ, ਮਿਰਗ ਦੀ ਜੂਨੀ ਹੈ। ਇਹ ਸਾਰੇ ਰੋਗ ਗੁਰਬਾਣੀ ਅੰਦਰ ਦਿਖਾਏ ਗਏ ਨੇ। ਜਦੋਂ ਕੋਈ ਕਾਮ ਵਾਸ਼ਨਾਵਾਂ ਵਿੱਚ ਫੈਸਲਾ ਲੈਂਦਾ ਹੈ, ਤੇ ਉਹ ਹਾਥੀ ਦੀ ਜੂਨੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਜਿਉ ਜਿਹਾ ਮਨ ਪਸ਼ੂ ਜਾਨਵਰਾਂ ਵਰਗਾ ਸੁਭਾਅ ਲੈਂਦਾ ਹੈ, ਉਹ ਜੂਨੀਆਂ 84 ਲੱਖ ਜੂਨੀਆਂ ਵਿੱਚ ਇਹ ਭਟਕਦਾ ਹੈ। ਤੇ ਜਿਹਨੂੰ ਪਤਾ ਲੱਗ ਗਿਆ ਮੈਂ ਰੱਬ ਦਾ ਪੁੱਤਰ ਹਾਂ, ਇਹ ਸਮਝ ਆ ਗਈ, ਮਨ ਇਹਨਾਂ ਜੂਨੀਆਂ 'ਚ ਭਟਕਦਾ ਹੈ, ਫਿਰ ਉਹ ਇਸ ਰਸਾਂ ਤੋਂ ਥੱਕ ਜਾਂਦਾ ਹੈ। ਇਹਨਾਂ ਨੂੰ ਪਤਾ ਲੱਗਦਾ ਇਹ ਗਲਤ ਮਾਰਗ ਹੈ, ਮੈਨੂੰ ਮੁੜਨਾ ਪੈਣਾ। ਮੁੜਦਾ ਹੈ। ਭਗਤ ਹੋਤ ਅਵਤਾਰ ਲਿਓ ਹੈ, ਭਾਗ ਵੱਡੋ ਬਪਰਾ ਕੋਰੇ। ਹੁਣ ਇਹ ਜਿਹੜਾ ਜਨਮ ਲਿਆ, ਇਹ ਜਨਮ ਲਿਆ ਜੀਵਨ ਸਫਲ ਕਰਨ ਵਾਸਤੇ। ਜੀਵਨ ਸਫਲ ਹੋਏਗਾ ਜੇ ਰੱਬ ਦੇ ਨਿਯਮਾਂ ਨੂੰ ਫੋਲੋ ਕਰਾਂਗੇ, ਰੱਬੀ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਜਿਉਵਾਂਗੇ। ਇਹ ਜੀਵਨ ਸਫਲ ਹੋਏਗਾ ਜੇ ਰੱਬੀ ਗੁਣਾਂ ਨੂੰ ਪ੍ਰੈਕਟੀਕਲ ਜਿਉਵਾਂਗੇ, ਗੁਣਾਂ ਨਾਲ ਪਰਉਪਕਾਰ ਕਰਾਂਗੇ, ਗੁਣਾਂ ਦਾ ਸ਼ੁਕਰਾਨਾ ਕਰਾਂਗੇ, ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਵਾਂਗੇ। ਇਹ ਤਾਂ ਹੋਏਗਾ ਜੇ ਅੰਦਰ ਸ਼ੁੱਧ ਨੀਅਤ, ਸ਼ੁੱਧ ਜਜ਼ਬਾ, ਚੰਗੇ ਵਿਚਾਰ, ਚੰਗੀ ਸੋਚ, ਇਹ ਵੱਡੇ ਭਾਗ ਹੋਣਗੇ। ਜੇ ਇਹਦੀ ਨਹੀਂ ਸਮਝ ਆਏਗੀ ਤੇ ਮਨ ਇਹ ਪਸ਼ੂਆਂ ਪੰਛੀਆਂ ਦੀ ਜੂਨੀ, ਉਹਨਾਂ ਦੇ ਸੁਭਾਅ ਵਿੱਚ ਭਟਕਦਾ ਰਹੇਗਾ। ਹੁਣ ਇਹ ਗੱਲ ਕਹਿ ਕੇ ਕਿ ਜੀਵਨ ਨੂੰ ਪੜਚੋਲਣਾ ਹੈ, ਜੀਵਨ ਦੇ ਵਿੱਚ ਇਹ ਜੂਨੀਆਂ ਚੱਲ ਰਹੀਆਂ ਨੇ, ਜਨਮ ਮਰਨ ਚੱਲ ਰਿਹਾ ਹੈ, ਕਿ ਅਸੀਂ ਜਿਹੜਾ ਜੀਵਨ ਲਿਆ ਸਫਲ ਕਰਨ ਵਾਸਤੇ, ਉਹ ਮਕਸਦ ਨਹੀਂ ਪਤਾ ਲੱਗ ਰਿਹਾ। ਤੇ ਤੁਸੀਂ ਕਹਿੰਦੇ ਹੋ ਕਿ ਜੇ ਕ੍ਰਿਸ਼ਨ ਜੀ ਜਿਹੜੇ ਨੇ ਉਹ ਰੱਬ ਹੈ, ਤੇ ਸਾਰੇ ਉਹਨਾਂ ਦੇ ਪੈਦਾ ਕੀਤੇ ਨੇ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੁਨੰਦਨ ਕਾ ਕੋਰੇ। ਹੁਣ ਇੱਥੇ ਇੱਕ ਲੌਜਿਕ ਦਿੰਦੇ ਨੇ, ਸਵਾਲ ਕਰਦੇ ਨੇ, ਉਹਨਾਂ ਦੇ ਸਾਹਮਣੇ ਚੋਟ ਮਾਰਦੇ ਨੇ, ਕਿਉਂਕਿ ਕ੍ਰਿਸ਼ਨ ਜੀ ਕੰਸ ਦੀ ਭੈਣ ਦੇਵਕੀ ਦੇ ਘਰ ਵਿੱਚ ਜਨਮ ਲਿਆ ਸੀ। ਕੰਸ ਦੇ ਭਾਣਜੇ ਨੇ ਉਂਝ ਕ੍ਰਿਸ਼ਨ ਜੀ, ਉਹਨਾਂ ਦੀ ਭੈਣ ਸੀ ਦੇਵਕੀ, ਤੇ ਉਹਦਾ ਪਤੀ ਸੀ ਵਾਸੂਦੇਵ। ਜਦੋਂ ਕ੍ਰਿਸ਼ਨ ਜੀ ਦਾ ਜਨਮ ਹੁੰਦਾ ਹੈ, ਤੇ ਇਹਨਾਂ ਦਾ ਮਾਮਾ ਕੰਸ ਇਹਨਾਂ ਨੂੰ ਮਾਰਨਾ ਚਾਹੁੰਦਾ ਹੈ, ਤੇ ਉਹ ਵਾਸੂਦੇਵ ਇਹਨਾਂ ਦੇ ਪਿਤਾ ਨੇ ਇਹਨਾਂ ਨੂੰ ਨੰਦ ਦੇ ਘਰ ਵਿੱਚ ਛੱਡ ਦਿੱਤਾ ਗਿਆ। ਉਹਦੀ ਪਤਨੀ ਯਸ਼ੋਦਾ ਤੇ ਨੰਦ ਨੇ ਇਹਨਾਂ ਨੂੰ ਪਾਲਿਆ, ਤੇ ਯਸ਼ੋਦਾ ਨੂੰ ਦੇ ਪੁੱਤਰ ਹੀ ਮੰਨੇ ਗਏ, ਨੰਦ ਦੇ ਪੁੱਤਰ ਮੰਨੇ ਗਏ। ਇਹ ਕਹਿੰਦੇ ਵੀ ਤੁਸੀਂ ਕ੍ਰਿਸ਼ਨ ਜੀ ਨੂੰ ਰੱਬ ਕਹਿੰਦੇ ਹੋ, ਜਨਮ ਉਹਨਾਂ ਕਿਸੇ ਹੋਰ ਦੇ ਘਰ ਵਿੱਚ ਲਿਆ, ਜਿੱਥੇ ਪਲੇ ਉਹ ਨੰਦ ਦੇ ਪੁੱਤਰ ਕਹਾਏ। ਜਦੋਂ ਕੁਛ ਵੀ ਨਹੀਂ ਸੀ, ਇਹ ਦੁਨੀਆ ਨਹੀਂ ਸੀ, ਤੇ ਜੇ ਕ੍ਰਿਸ਼ਨ ਜੀ ਰੱਬ ਹੈ, ਤੇ ਰੱਬ ਦਾ ਪਿਤਾ ਕਿੱਥੋਂ ਆਇਆ?
ਇੱਥੇ ਹੁਣ ਕਹਿਣ ਦਾ ਮਤਲਬ ਹੈ ਕਿ ਪਿਤਾ ਤਾਂ ਅਸਲੀ ਰੱਬ ਤਾਂ ਉਹ ਹੈ ਜਿਹਦਾ ਇਹ ਨਿਜ਼ਮ ਚੱਲ ਰਿਹਾ, ਜਿਹਦੇ 'ਚ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਜਿਹਦੇ ਨਿਜ਼ਮ ਵਿੱਚ ਸਾਰੇ ਪਲੈਨਟਸ ਗ੍ਰਹਿ ਵਗੈਰਾ ਚੱਲ ਰਹੇ ਨੇ, ਸਮੁੱਚਾ ਯੂਨੀਵਰਸ ਚੱਲ ਰਿਹਾ ਹੈ। ਸਮੁੱਚਾ ਆਪਰੇਟਿੰਗ ਸਿਸਟਮ ਜਿਸ ਸ਼ਕਤੀ ਨੇ ਕੰਟਰੋਲ ਕੀਤਾ ਹੈ, ਉਹ ਸ਼ਕਤੀ ਰੱਬ ਹੈ। ਜਿਹਦਾ ਸੱਚਾ ਗਿਆਨ ਵਰਤਾਰਾ ਹਰ ਥਾਂ ਤੇ ਵਰਤ ਰਿਹਾ, ਉਹ ਰੱਬ ਹੈ। ਕਿਸੇ ਬੰਦੇ ਨੂੰ ਰੱਬ ਕਹਿਣਾ ਭਗਤ ਕਬੀਰ ਜੀ ਕਹਿੰਦੇ ਮੈਂ ਨਹੀਂ ਮੰਨ ਸਕਦਾ। ਧਰਨ ਆਕਾਸ਼ ਦਸੋ ਦਿਸ ਨਾਹੀ ਤਬੇ ਆਨੰਦ ਕਹਾਂ ਥੋਰੇ ਰਹਾਓ। ਜਦੋਂ ਇਹ ਧਰਤੀ ਨਹੀਂ ਸੀ, ਆਕਾਸ਼ ਨਹੀਂ ਸੀ, ਦਸ਼ੇ ਦਿਸ਼ਾਵਾਂ ਕੁਝ ਵੀ ਨਹੀਂ ਸੀ, ਜਿਹਨੂੰ ਤੁਸੀਂ ਰੱਬ ਕਹਿੰਦੇ ਹੋ, ਫਿਰ ਉਹਨਾਂ ਨੂੰ ਰੱਬ ਦਾ ਪਿਤਾ ਕਹਿੰਦੇ ਹੋ, ਇਹ ਕਿੱਥੇ ਸੀ ਉਦੋਂ? ਦਲੀਲ ਦੇ ਰਹੇ। ਜਾਣੀ ਕਿਸੇ ਬੰਦੇ ਤੋਂ ਸਿੱਖਣਾ, ਬੰਦੇ ਤੋਂ ਚੰਗੀਆਂ ਗੱਲਾਂ ਪ੍ਰਾਪਤ ਕਰਨੀਆਂ, ਜੀਵਨ ਜੁਗਤ ਸਿੱਖਣੀ, ਉਹਨੂੰ ਸਤਿਕਾਰ ਦੇਣਾ ਇੱਕ ਵੱਖਰਾ ਵਿਸ਼ਾ ਹੈ, ਪਰ ਕਿਸੇ ਨੂੰ ਰੱਬ ਮੰਨ ਲੈਣਾ ਇਹ ਗਲਤੀ ਹੈ। ਇਸ ਲਈ ਕਿਸੇ ਨੂੰ ਆਪਣਾ ਉਸਤਾਦ ਮੰਨਣਾ, ਉਹਦੇ ਤੋਂ ਪ੍ਰਾਪਤੀ ਕਰਨੀਆਂ ਇੱਕ ਪ੍ਰਕਿਰਿਆ ਹੈ ਸਿੱਖਣ ਦੀ। ਨਾ ਅਸੀਂ ਕਿਸੇ ਨੂੰ ਗੁਰੂ ਦੇ ਬਰਾਬਰ ਦਾ ਦਰਜਾ ਦੇ ਸਕਦੇ, ਨਾ ਅਸੀਂ ਕਿਸੇ ਨੂੰ ਰੱਬ ਦੇ ਰੱਬ ਕਹਿ ਸਕਦੇ। ਸਾਡੇ ਲਈ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੇ, ਤੇ ਸਾਡੇ ਲਈ ਰੱਬ ਕੇਵਲ ਉਹ ਜੋ ਯੂਨੀਵਰਸ ਦੇ ਸਾਰੇ ਆਪਰੇਟਿੰਗ ਸਿਸਟਮ ਨੂੰ ਚਲਾਉਣ ਵਾਲੀ ਆਲਮਾਈਟੀ ਸ਼ਕਤੀ ਹੈ, ਸੁਪਰੀਮ ਪਾਵਰ ਹੈ। ਇਹ ਰਹਾਉ ਪਦਾ ਹੈ ਇਸ ਸ਼ਬਦ ਦਾ। ਸੰਕਟ ਨਹੀਂ ਪਰੈ ਜੋਨ ਨਹੀਂ, ਵਾਹਿਗੁਰੂ। ਸੰਕਟ ਨਹੀਂ ਪਰੈ ਜੋਨ ਨਹੀਂ ਆਵੈ, ਨਾਮ ਨਿਰੰਜਨ ਜਾ ਕੋਰੇ। ਭਗਤ ਕਬੀਰ ਜੀ ਕਹਿੰਦੇ ਅਸੀਂ ਜਿਹਨੂੰ ਰੱਬ ਮੰਨਦੇ ਹਾਂ, ਉਹ ਨਾ ਤਾਂ ਕਿਸੇ ਵਿਪਤਾ ਵਿੱਚ ਆਉਂਦਾ ਹੈ, ਨਾ ਕਿਸੇ ਜਨਮ ਮਰਨ ਵਿੱਚ ਆਉਂਦਾ ਹੈ। ਤੇ ਉਹਦਾ ਜਿਹੜਾ ਨਾਮ ਹੈ ਉਹ ਪਵਿੱਤਰ ਹੈ। ਉਹਦਾ ਨਿਜ਼ਮ ਜਿਹੜਾ ਚੱਲ ਰਿਹਾ, ਆਪਰੇਟਿੰਗ ਸਿਸਟਮ ਨੂੰ ਚਲਾ ਰਿਹਾ, ਉਹ ਪਵਿੱਤਰ ਹੈ, ਕਦੀ ਮੈਲਾ ਨਹੀਂ ਹੁੰਦਾ, ਨਿਰਅੰਜਨ। ਉਹਦਾ ਜੋ ਰੱਬੀ ਸੱਚਾ ਗਿਆਨ ਹੈ, ਚਾਹੇ ਉਹ ਕੁਦਰਤ ਦੇ ਵਰਤਾਰਿਆਂ ਵਿੱਚ ਹੈ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਹੈ, ਨਿਰੰਜਨ ਹੈ, ਮੈਲਾ ਨਹੀਂ ਹੋ ਸਕਦਾ। ਉਹਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਕਦੀ ਮੈਲਾ ਨਹੀਂ ਹੋ ਸਕਦਾ। ਕਬੀਰ ਕੋ ਸੁਆਮੀ ਐਸੋ ਠਾਕੁਰ, ਜਾ ਕੋ ਮਾਈ ਨਭਾ ਪੋਰੇ। ਭਗਤ ਕਬੀਰ ਜੀ ਕਹਿੰਦੇ ਮੇਰੇ ਮਾਲਕ ਤਾਂ ਉਹ ਪਰਮਾਤਮਾ ਹੈ ਜਿਹਦੀ ਨਾ ਕੋਈ ਮਾਂ ਹੈ ਤੇ ਨਾ ਕੋਈ ਬਾਪ ਹੈ। ਗੁਰਮਤ ਗੁਰਬਾਣੀ ਰੱਬ ਦੇ ਨਿਯਮਾਂ ਨਾਲ, ਰੱਬੀ ਉਪਦੇਸ਼ ਨਾਲ ਜੋੜਦੀ ਹੈ। ਰੱਬ ਦੇ ਗੁਣਾਂ ਵਾਲਾ ਜੀਵਨ ਸਿਖਾਉਂਦੀ ਹੈ ਗੁਰਮਤ, ਤੇ ਉਹ ਰੱਬ ਦੇ ਗੁਣਾਂ ਨਾਲ, ਰੱਬ ਦੇ ਨਿਯਮਾਂ ਨਾਲ, ਰੱਬੀ ਉਪਦੇਸ਼ ਨੂੰ ਜਿਉਣਾ, ਇਹ ਜੁਗਤ ਗੁਰਬਾਣੀ ਦੇ ਅਰਥਾਂ ਨੂੰ ਸਮਝ ਕੇ, ਗੁਰਬਾਣੀ ਦੇ ਵਿੱਚ ਜੋ ਕਨਸੈਪਟ ਦੱਸੇ ਗਏ ਨੇ, ਉਹਨੂੰ ਜ਼ਿੰਦਗੀ 'ਚ ਜਿਉਂ ਕੇ ਸਮਝਣ ਨਾਲ ਹੀ ਆਏਗੀ। ਤੁਸੀਂ ਵਡਭਾਗੀ ਹੋ, ਨੇਤਾ ਪ੍ਰਤੀ ਉਡੀਕਦੇ ਹੋ, ਅਰਥਾਂ ਸਮੇਤ ਸਹਿਜ ਪਾਠ ਕਰ ਰਹੇ ਹੋ। ਤੁਹਾਡੀ ਬਹੁਤ ਸੋਹਣੀ ਸੋਹਣੀ ਫੀਡਬੈਕ ਮੈਨੂੰ ਆਉਂਦੀ ਹੈ। ਬਹੁਤ ਪਿਆਰੇ YouTube ਵੀਡੀਓ ਦੇ ਉੱਪਰ ਆਪਣੇ ਵਿਚਾਰ ਲਿਖਦੇ ਨੇ, ਮੇਰੇ ਲਈ ਅਸੀਸਾਂ ਨੇ। ਬਹੁਤ ਸਾਡੇ ਫੇਸਬੁੱਕ ਪੇਜ ਦੇ ਉੱਪਰ, ਮੇਰਾ ਆਪਣਾ ਫੇਸਬੁੱਕ ਪੇਜ ਹੈ, ਫਿਰ ਅਰਥਾਂ ਸਮੇਤ ਸਹਿਜ ਪਾਠ ਦਾ ਵੀ ਫੇਸਬੁੱਕ ਪੇਜ ਹੈ, ਗੁਰਗਿਆਨ TV ਦਾ ਵੀ ਫੇਸਬੁੱਕ ਪੇਜ ਹੈ। ਇਹਨੂੰ ਫੋਲੋ ਕਰਨ ਵਾਸਤੇ ਤੁਸੀਂ ਜੋ ਨੀਚੇ ਸਕਰੋਲਿੰਗ ਦੇ ਉੱਪਰ ਵੈਬਸਾਈਟ ਜਿਹੜੀ ਹੈ ਉਹ ਡਿਸਪਲੇ ਹੁੰਦੀ ਹੈ, www.sikhcommunity.net। ਸਿੱਖ ਕਮਿਊਨਿਟੀ ਸੌਖਾ ਯਾਦ ਹੈ, .net ਯਾਦ ਰੱਖਣਾ। sikhcommunity.net ਦੇ ਉੱਪਰ ਕੰਟੈਕਟ ਅਸ ਦਾ ਆਪਸ਼ਨ ਹੈ, ਉੱਥੇ ਬਹੁਤ ਸਾਰੇ ਪਿਆਰੇ ਸਾਨੂੰ ਫੀਡਬੈਕ ਲਿਖ ਕੇ ਭੇਜਦੇ ਨੇ। ਬਹੁਤ ਪਿਆਰੇ ਸਾਨੂੰ ਸਾਡੀ ਜੋ ਈਮੇਲ ਹੈ ਸਕਰੋਲਿੰਗ 'ਤੇ ਚੱਲ ਰਹੀ, gurgyanlearningcenter@gmail.com, ਇਹਦੇ ਉੱਪਰ ਆਪਣੀ ਫੀਡਬੈਕ ਭੇਜਦੇ ਨੇ। ਬਹੁਤ ਸਾਰੇ ਪਿਆਰੇ ਮੇਰੇ WhatsApp ਨੰਬਰ ਦੇ ਉੱਪਰ ਸੋਹਣੇ ਸੋਹਣੇ ਵਿਚਾਰ ਤੁਸੀਂ ਭੇਜਦੇ ਹੋ, ਮਨ ਨੂੰ ਹੌਸਲਾ ਮਿਲਦਾ, ਤੁਹਾਨੂੰ ਚੰਗਾ ਲੱਗ ਰਿਹਾ। ਬਹੁਤ ਸਾਰੇ ਪਿਆਰਿਆਂ ਦਾ ਵਿਚਾਰ ਹੈ, ਭਾਈ ਸਾਹਿਬ ਜੀ ਇਹਦੇ ਨਾਲ ਸਾਨੂੰ ਬਹੁਤ ਕੁਝ ਅਸਲੀ ਰਮਜ਼ਾਂ ਸਮਝ ਪਈਆਂ। ਇੱਕ ਪਰਿਵਾਰ ਦੀ ਫੀਡਬੈਕ ਹੈ, ਅਸੀਂ ਤੇ ਕਰਮ ਕਾਂਡਾਂ ਨੂੰ ਹੀ ਧਰਮ ਸਮਝੀ ਜਾਂਦੇ ਸੀ, ਅੱਜ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਖਜ਼ਾਨਾ ਤਾਂ ਸਾਡੇ ਤੱਕ ਪਹੁੰਚਿਆ ਹੀ ਨਹੀਂ। ਇੱਕ ਨੌਜਵਾਨ ਵੀਰ ਨੇ
ਮੈਨੂੰ ਈਮੇਲ ਰਾਹੀਂ ਲਿਖਿਆ ਕਿ ਭਾਈ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਸੀਂ ਸਮਝਣ ਤੋਂ ਇੰਨੇ ਅਣਜਾਣ ਬੈਠੇ ਹਾਂ। ਇਹ ਤੇ ਕਮਾਲ ਦਾ ਖਜ਼ਾਨਾ ਜਿਹਨੇ ਸਾਡੀ ਜ਼ਿੰਦਗੀ ਨੂੰ, ਸਾਡੇ ਪਰਿਵਾਰ ਨੂੰ, ਸਾਡੇ ਘਰਾਂ ਨੂੰ ਧਰਮਸ਼ਾਲਾ ਬਣਾਉਣਾ ਹੈ। ਅਸੀਂ ਤੇ ਭੁੱਲੇ ਹੀ ਰਹੇ ਸੀ। ਕਿਸੇ ਪਿਆਰੇ ਨੇ ਲਿਖਿਆ, ਭਾਈ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝ ਲਈਏ, ਅਸੀਂ ਧੜੇਬੰਦੀਆਂ ਤੋਂ ਬਚ ਸਕਦੇ ਹਾਂ। ਬੜੀਆਂ ਤੁਹਾਡੀਆਂ ਅਸੀਸਾਂ ਮਿਲ ਰਹੀਆਂ ਨੇ, ਤੁਸੀਂ ਉਡੀਕਦੇ ਹੋ, ਆਪਣੇ ਬੱਚਿਆਂ ਨਾਲ ਬੈਠਦੇ ਹੋ। ਤੁਹਾਡਾ ਸਾਰਿਆਂ ਦਾ ਧੰਨਵਾਦ। ਕੱਲ੍ਹ ਨੂੰ ਫਿਰ ਤੁਹਾਡੇ ਸਨਮੁਖ, ਤੁਹਾਡੇ ਘਰ ਵਿੱਚ ਹਾਜ਼ਰ ਹੋਵਾਂਗਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨ ਪੀਵੈ ਸੁਣ ਸ਼ਬਦ ਵਿਚਾਰਾ